ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡੇ ਨਾਲ ਹਰਸ਼ਰਨ ਕੌਰ ਜੁੜ ਚੁੱਕੀ ਹਾਂ ਤੇ ਅੱਜ ਆਪਾਂ ਗੱਲ ਕਰਾਂਗੇ ਕਰੋਨਾ ਦੇ ਬਾਰੇ। ਕਰੋਨਾ ਦੇ ਨਾਲ ਲਾਸ਼ਾਂ ਵਿਛ ਰਹੀਆਂ ਨੇ ਪੂਰੀ ਦੁਨੀਆ ਦੇ ਵਿੱਚ। ਇਹ ਹਾਲਾਤ ਤਾਂ ਨਹੀਂ ਬਣੇ ਹੋਏ ਪਰ ਭਾਰਤ ਦੇ ਵਿੱਚ ਜਿਹੜਾ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਹੀ ਨਾਜ਼ੁਕ ਹਾਲਾਤ ਬਣੇ ਹੋਏ ਨੇ। ਇਹ ਹਾਲਾਤ ਬਣ ਗਏ ਨੇ ਕਿ ਆਸਟ੍ਰੇਲੀਆ ਵਰਗੇ ਮੁਲਕ ਨੇ ਆਪਣੇ ਨਾਗਰਿਕਾਂ ਨੂੰ ਤੱਕ ਕਹਿ ਦਿੱਤਾ ਹੈ ਕਿ ਤੁਸੀਂ ਹੁਣ ਮੁਲਕ 'ਚ ਵਾਪਸ ਨਾ ਆਇਓ, ਨਹੀਂ ਤਾਂ 5 ਸਾਲ ਦੀ ਤੁਹਾਨੂੰ ਜੇਲ੍ਹ ਕਰ ਦਿਆਂਗੇ। ਸੋ ਇਹੋ ਜਿਹੇ ਹਾਲਾਤ ਬਣੇ ਹੋਏ ਨੇ। ਕੁਛ ਨਹੀਂ ਪਤਾ ਲੱਗ ਰਿਹਾ ਕਿ ਮੌਤਾਂ ਦੀ ਅਸਲ ਗਿਣਤੀ ਕੀ ਹੈ। ਜਦੋਂ ਜਿਹੜਾ ਹੈਗਾ ਆਪਾਂ ਦੇਖਦੇ ਹਾਂ ਸ਼ਮਸ਼ਾਨ ਘਾਟਾਂ ਦੇ ਹਾਲਾਤ ਦੇਖਦੇ ਹਾਂ ਤਾਂ ਸਰਕਾਰੀ ਅੰਕੜਿਆਂ ਦੇ ਉੱਤੇ ਸ਼ੱਕ ਜ਼ਰੂਰ ਹੁੰਦਾ ਹੈ ਕਿ ਸ਼ਮਸ਼ਾਨ ਘਾਟਾਂ ਭਰੀਆਂ ਪਈਆਂ ਨੇ ਤੇ ਪੂਰੇ ਦੇਸ਼ ਦੇ ਵਿੱਚ ਇੱਕ ਦਿਨ ਦੇ ਵਿੱਚ 3500 ਮੌਤਾਂ ਕਿਵੇਂ ਹੋ ਸਕਦੀਆਂ ਨੇ। ਸੋ ਬਹੁਤ ਸਾਰੇ ਸਵਾਲ ਨੇ ਤੇ ਅੱਜ ਆਪਾਂ ਇੱਕ ਹੋਰ ਬਿਲਕੁਲ ਵੱਖਰੇ ਪੱਖ ਤੇ ਗੱਲ ਕਰਾਂਗੇ ਕਿ ਜਿਹੜੇ ਕਰੋਨਾ ਦੇ ਨਾਲ ਮਰਨ ਵਾਲੇ ਲੋਕ ਨੇ ਉਹਨਾਂ ਨੂੰ ਕਈ ਵਾਰੀ ਆਪਣਿਆਂ ਦਾ ਮੋਢਾ ਵੀ ਸਾਰਿਆਂ ਨੂੰ ਨਹੀਂ ਨਸੀਬ ਹੋ ਰਿਹਾ, ਤਾਂ ਉਹਨਾਂ ਦੀ ਆਖਰੀ ਇੱਛਾ ਬਾਰੇ ਕੌਣ ਜਾਣਦਾ ਹੋਏਗਾ ਜਾਂ ਕਿਹਨੂੰ ਪਤਾ ਲੱਗਦੀ ਹੋਏਗੀ। ਜਿਹੜੇ ਲੋਕ ਇੱਕਦਮ ਮਰ ਰਹੇ ਨੇ ਉਹਨਾਂ ਦੇ ਮਨ ਦੇ ਵਲਵਲੇ ਕੀ ਹੁੰਦੇ ਹੋਣਗੇ, ਤੇ ਉਹਦੇ ਲਈ ਆਪਾਂ ਡਾਕਟਰ ਸਾਹਿਬ ਨਾਲ ਹੀ ਗੱਲ ਕਰਾਂਗੇ। ਡਾਕਟਰ ਹਰਸ਼ਿੰਦਰ ਕੌਰ ਸਾਡੇ ਨਾਲ ਜੁੜ ਚੁੱਕੇ ਨੇ ਕਿਉਂਕਿ ਰੋਜ਼ਾਨਾ ਡਾਕਟਰ ਜਿਹੜੇ ਦੇਖਦੇ ਨੇ, ਲੋਕਾਂ ਨੂੰ ਜਾਂਦੇ ਹੋਏ ਦੇਖਦੇ ਨੇ, ਲੋਕਾਂ ਨੂੰ ਮਰਦੇ ਹੋਏ ਦੇਖਦੇ ਨੇ। ਆਖਿਰਕਾਰ ਡਾਕਟਰਾਂ ਦੀ ਤਾਂ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਹੋਏਗੀ ਕਿਤੇ ਨਾ ਕਿਤੇ ਕਿ ਉਹ ਅਖੀਰ ਤੇ ਕੀ ਬੋਲਦੇ ਨੇ ਜਾਂ ਫਿਰ ਉਹਨਾਂ ਦੀ ਕੋਈ ਇੱਛਾ ਹੈ। ਇਸ ਮਸਲੇ ਤੇ ਆਪਾਂ ਜ਼ਰੂਰ ਗੱਲ ਕਰਾਂਗੇ ਤੇ ਜਾਣਾਂਗੇ ਕਿ ਕੀ ਕੁਝ ਵਲਵਲੇ ਲੈ ਕੇ ਤੁਰ ਜਾਂਦੇ ਨੇ ਇਹ ਲੋਕ, ਜਿਹੜੇ ਆਪਾਂ ਕਹਿ ਸਕਦੇ ਕਿ ਬਹੁਤ ਲੋਕ ਸਮੇਂ ਤੋਂ ਪਹਿਲਾਂ ਜਾ ਰਹੇ ਨੇ। ਸੋ ਡਾਕਟਰ ਹਰਸ਼ਿੰਦਰ ਕੌਰ ਆਪਣੇ ਨਾਲ ਜੁੜ ਚੁੱਕੇ ਨੇ। ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਦਾ ਖਾਲਸ ਟੀਵੀ ਤੇ ਸਭ ਤੋਂ ਪਹਿਲਾਂ ਦੱਸੋ ਤੁਹਾਡਾ ਹਾਲ ਚਾਲ ਕੀ ਹੈ? ਸਤਿ ਸ਼੍ਰੀ ਅਕਾਲ ਤੇ ਸ਼ੁਕਰ ਹੈ, ਬਹੁਤ ਸ਼ੁਕਰ ਹੈ। ਮੈਂ ਇਹੋ ਕਹਿ ਸਕਦੀ ਹਾਂ ਕਿ ਅੱਜ ਵਾਹਿਗੁਰੂ ਨੇ ਅੱਜ ਦੇ ਦਿਨ ਤੱਕ ਦੀ ਸਿਹਤ ਦਿੱਤੀ ਹੈ, ਕਿਸੇ ਨੂੰ ਬਚਾਉਣ ਜੋਗਾ ਬਣਾਇਆ। ਸ਼ੁਕਰ ਹੈ ਅੱਜ ਦਾ ਦਿਨ ਸਹੀ ਸਲਾਮਤ ਹੁਣ ਤੱਕ ਲੰਘਿਆ ਹੈ। ਅਰਦਾਸ ਕਰਦੇ ਅੱਗੋਂ ਸਾਰਿਆਂ ਲਈ ਸਹੀ ਸਲਾਮਤ ਲੰਘੇ, ਕਿਉਂਕਿ ਇਹੋ ਜਿਹਾ ਮਾਹੌਲ ਹੈ ਕਿ ਪਤਾ ਹੀ ਨਹੀਂ ਅੱਜ ਹਾਂ ਕੱਲ ਸ਼ਾਇਦ ਨਹੀਂ ਆ, ਤੇ ਅਰਦਾਸ ਹੀ ਕਰ ਸਕਦੇ ਹਾਂ ਕਿ ਸਭਨਾਂ ਲਈ ਸੁਖਾਲਾ ਸਮਾਂ ਆਵੇ। ਜੀ ਜੀ ਬਿਲਕੁਲ। ਸੋ ਡਾਕਟਰ ਸਾਹਿਬ, ਮੈਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਇਹ ਗੱਲ ਕਰਾਂ ਕਿ ਤੁਸੀਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਲਗਾਤਾਰ ਇੱਥੇ ਸੇਵਾਵਾਂ ਦੇ ਰਹੇ ਹੋ, ਤੇ ਜੇ ਮੈਂ ਪੁੱਛਾਂ ਕਿਉਂਕਿ ਸਰਕਾਰੀ ਅੰਕੜੇ ਦੇ ਉੱਤੇ ਬਹੁਤਾ ਯਕੀਨ ਨਹੀਂ ਹੋ ਪਾਉਂਦਾ, ਇਹ ਗੱਲਾਂ ਉੱਠ ਰਹੀਆਂ ਨੇ ਕਿ ਗਿਣਤੀ ਲੁਕਾਈ ਜਾ ਰਹੀ ਹੈ ਮੌਤਾਂ ਦੀ। ਤੁਹਾਡੇ ਇੱਥੇ ਰਜਿੰਦਰਾ ਹਸਪਤਾਲ ਦੇ ਵਿੱਚ ਅਸਲ ਹਾਲਾਤ ਕੀ ਨੇ, ਕੀ ਤੁਸੀਂ ਦੱਸ ਸਕਦੇ ਹੋ? ਜੀ ਮੈਨੂੰ ਵੀ ਲੱਗਦਾ ਹੈ ਕਿ ਜਦੋਂ ਸਾਡੇ ਕੁਲੀਗਸ ਜੋ ਹੁਣ ਯੂਪੀ ਵਿੱਚ ਉਹਨਾਂ ਨੇ ਦੱਸਿਆ ਜਦੋਂ ਕਿ ਇੱਕ ਰਾਤ ਵਿੱਚ ਹੀ ਇੱਕ ਦਿਨ ਤੇ ਰਾਤ ਯਾਨੀ ਮਿਲਾ ਕੇ ਇੱਕ ਸਿਰਫ ਜਿਹੜਾ ਸ਼ਮਸ਼ਾਨ ਘਾਟ ਵਿੱਚ 3000 ਲਾਸ਼ਾਂ ਉੱਥੇ ਉਹਨਾਂ ਨੇ ਸਾੜੀਆਂ, ਤਾਂ ਅੰਦਾਜ਼ਾ ਹੋ ਜਾਂਦਾ ਕਿ ਇੱਕ ਰਾਤ ਤੇ ਸਿਰਫ ਇੱਕ ਸ਼ਮਸ਼ਾਨ ਘਾਟ ਵਿੱਚ। ਫਿਰ ਜਿੱਥੇ ਇਹ ਵੀ ਆਇਆ ਕਿ ਉੱਥੇ ਕ੍ਰੀਮੇਟੋਰੀਅਮ ਜਿਹੜਾ ਇਲੈਕਟ੍ਰਿਕ ਕ੍ਰੀਮੇਟੋਰੀਅਮ ਉਹ ਪਿਘਲ ਕੇ ਚਿਮਨੀ ਡਿੱਗ ਗਈ, ਕਿਉਂਕਿ 80 ਉੱਥੇ ਇਕੱਠੀਆਂ ਕਰਨੀਆਂ ਪਈ ਇੱਕ ਤੋਂ ਬਾਅਦ ਇੱਕ ਤੋਂ ਇੱਕ ਬਾਅਦ ਇੱਕ, ਕਿ ਉਹ ਪਿਘਲ ਕੇ ਹੀ ਖਤਮ ਹੋ ਗਈ ਚਿਮਨੀ। ਯਾਨੀ ਜਿਹੜੇ ਇੱਕ ਕ੍ਰੀਮੇਟੋਰੀਅਮ ਵਿੱਚ ਇੰਨੀਆਂ ਹੋ ਰਹੀਆਂ ਹੋਣ ਇੱਕ ਥਾਂ ਤੇ, ਤਾਂ ਆਪਾਂ ਕਹੀਏ ਕਿ ਸਾਰੇ ਮੁਲਕ ਵਿੱਚ ਇੰਨੀਆਂ ਸਮਝ ਆ ਹੀ ਰਹੀ ਹੈ। ਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਕਹਿ ਰਿਹਾ ਇਹਨੂੰ 15 ਜਾਂ 20 ਨਾਲ ਜ਼ਰਬ ਲਾ ਕੇ ਕਰੋ। ਤਾਂ ਹੁਣ ਰੱਬ ਹੀ ਜਾਣੇ ਇਹਦੇ ਪਿੱਛੇ ਕੀ ਹੈ, ਕਿਉਂ ਅਸੀਂ ਬਿਲਕੁਲ ਕੋਈ ਸਮਝ ਨਹੀਂ ਪਾ ਰਿਹਾ, ਕਿਉਂਕਿ ਹਰ ਜਾਨ ਕੀਮਤੀ ਹੈ ਤੇ ਉਹਨੂੰ ਬਚਾਉਣ ਦੇ ਲਈ ਸਾਡਾ ਪ੍ਰਬੰਧ ਕਿੰਨਾ ਕੁ ਕਰ ਰਿਹਾ ਉਹ ਆਪਾਂ ਸਾਰੇ ਜਾਣਦੇ ਹਾਂ। ਦੁੱਖ ਹੁੰਦਾ ਸੁਣ ਕੇ, ਦੇਖ ਕੇ। ਬਿਲਕੁਲ ਦੇਖੋ ਨਾ, ਉੱਥੇ ਜਗ੍ਹਾ ਨਾ ਮਿਲਣ ਕਾਰਨ ਲੋਕ ਸੜਕਾਂ ਤੇ ਕਰ ਰਹੇ ਨੇ, ਰਾਤ ਨੂੰ ਨਦੀ ਕਿਨਾਰੇ ਹੋ ਰਹੀਆਂ ਨੇ, ਫਿਰ ਲਿਟਾਣ ਦੀ ਦਿਖਾ ਰਹੇ ਨੇ। ਨਹੀਂ ਹੈ, ਤਸਵੀਰਾਂ ਵੀ ਆ ਚੁੱਕੀਆਂ ਕਿ ਖੜੀਆਂ ਲੱਕੜਾਂ ਦੇ ਵਿੱਚ ਕਰਨਾ ਪੈ ਰਿਹਾ ਕਿਉਂਕਿ ਲਿਟਾਣ ਜੋਗੀ ਵੀ ਥਾਂ ਨਹੀਂ ਸੀ। ਤਾਂ ਸੌਖਿਆ ਹੀ ਆ ਜਾਂਦੀ ਹੈ ਕਿ 3000 ਤਾਂ ਅਸੀਂ ਵੈਸੇ ਹੀ ਇੰਡੀਆ ਵਿੱਚ ਰੋਜ਼ ਇੰਨੇ ਕਿਤੇ ਮਰ ਜਾਂਦੇ ਸਨ, ਤੇ ਇੰਨੀਆਂ ਜਿੱਥੇ ਐਂਬੂਲੈਂਸਾਂ ਵਿੱਚ 5-5 ਲਾਸ਼ਾਂ ਪਈਆਂ ਹੋਣ ਅਜੇ ਪੈਂਡਿੰਗ, ਅੱਗੇ ਫਿਰ ਟੋਕਨ ਲੱਗ ਰਹੇ ਹੋਣ, ਜਿੱਥੇ ਡਿਊਟੀਆਂ ਹੈਲਥ ਵਰਕਰਾਂ ਦੀਆਂ ਸ਼ੁਰੂ ਹੋ ਗਈਆਂ ਹੋਣ, ਡਿਊਟੀ ਰੋਸਟਰ ਬਣ ਚੁੱਕੇ ਨੇ ਕਿ ਸ਼ਮਸ਼ਾਨ ਘਾਟ 'ਚ ਡਿਊਟੀ ਰੋਸਟਰ ਲਾ ਕੇ ਖੜੇ ਹੋਵੋ, ਇੰਨੀਆਂ ਲਾਸ਼ਾਂ ਨੇ ਉੱਥੇ। ਆਪਾਂ ਆਪਣੇ ਤੁਰ ਜਾਣ ਵਾਲਿਆਂ ਦਾ ਵੀ ਮਜ਼ਾਕ ਹੀ ਉਡਾ ਰਹੇ ਹਾਂ ਸਿਰਫ ਇਸ ਲਈ ਕਿ ਸਾਡੀਆਂ ਸੀਟਾਂ ਪੱਕੀਆਂ ਰਹਿਣ। ਮਾੜੀ ਗੱਲ ਹੈ ਕਿ ਸਿਆਸਤ ਦੇ ਵਿੱਚ ਇੰਨਾ ਨਿਗਾਰ ਆ ਚੁੱਕਿਆ ਹੈ। ਬਿਲਕੁਲ। ਸੋ ਡਾਕਟਰ ਸਾਹਿਬ, ਆਪਾਂ ਜਿਹੜੇ ਵਿਸ਼ੇ ਤੇ ਆਪਾਂ ਗੱਲ ਕਰਨੀ ਹੈਗੀ ਹੈ ਤੇ ਤੁਸੀਂ ਸੁਣ ਹੀ ਚੁੱਕੇ ਹੋ, ਤੇ ਤੁਸੀਂ ਆਪਣਾ ਅਨੁਭਵ ਦੱਸੋਗੇ ਕਿ ਤੁਸੀਂ ਜਦੋਂ ਉਸ ਵਾਰਡ ਦੇ ਵਿੱਚ ਹੁੰਦੇ ਹੋ, ਤੁਹਾਡੀ ਡਿਊਟੀ ਹੁੰਦੀ ਹੈ, ਤੁਹਾਡੇ ਸਾਹਮਣੇ ਵੀ
ਕਈਆਂ ਦੀ ਜਾਨ ਗਈ ਹੋਏਗੀ, ਕਿਉਂਕਿ ਪਟਿਆਲਾ ਦੇ ਰਜਿੰਦਰਾ ਹਸਪਤਾਲ 'ਚੋਂ ਕਿੰਨੀਆਂ ਮੌਤਾਂ ਦੀ ਖਬਰ ਸਾਨੂੰ ਰੋਜ਼ਾਨਾ ਮਿਲਦੀ ਹੈ। ਸਰਕਾਰ ਨਹੀਂ ਦੱਸਦੀ ਪਰ ਸੂਤਰ ਦੱਸ ਦਿੰਦੇ ਨੇ, ਤੇ ਉੱਥੋਂ ਜਿਹੜੀਆਂ ਬਾਹਰ ਆਉਂਦੀਆਂ ਲਾਸ਼ਾਂ ਨੇ ਉਹ ਦੱਸ ਦਿੰਦੀਆਂ ਨੇ। ਤੇ ਇਹਨਾਂ ਦੇ ਜਿਹੜੇ ਜਿਹੜੇ ਮਰਨ ਵਾਲੇ ਲੋਕ ਨੇ ਕਿਸ ਏਜ ਗਰੁੱਪ ਦੇ ਹੁੰਦੇ ਨੇ ਜ਼ਿਆਦਾ, ਤੇ ਕੀ ਉਹਨਾਂ ਦੀ ਤੁਹਾਡੇ ਨਾਲ ਕੋਈ ਡਾਇਲੋਗ ਹੁੰਦਾ ਹੈ, ਗੱਲਬਾਤ ਹੁੰਦੀ ਹੈ, ਕੋਈ ਉਹਨਾਂ ਦੀ ਆਖਰੀ ਇੱਛਾ ਵਰਗੀ ਕੋਈ ਗੱਲ ਹੁੰਦੀ ਹੈ ਤੁਹਾਡੇ ਨਾਲ ਸਾਂਝੀ? ਹਾਂ, ਦੇਖੋ ਹਰਸ਼ਰਨ, ਮੈਂ ਵੀ ਇਨਸਾਨ ਆ ਤੇ ਨਰਮ ਦਿਲ ਦੀ ਇਨਸਾਨ ਆ। ਮੈਨੂੰ ਵੀ ਕਈ ਵਾਰ ਜੋ ਤੁਸੀਂ ਸਵਾਲ ਪੁੱਛਿਆ, ਹੋ ਸਕਦਾ ਮੈਂ ਖਿਮਾ ਮੰਗ ਲਵਾਂ ਸਾਰੇ ਅੱਜ ਸੁਣਨ ਵਾਲੇ ਜਿੰਨੇ ਵੀਰ ਭੈਣ ਨੇ, ਕਿ ਕਿਤੇ ਮੇਰਾ ਵੀ ਗਲਾ ਭਰ ਗਿਆ ਤਾਂ ਮਾਫ਼ ਕਰਨਾ, ਕਿਉਂਕਿ ਇੰਨਾ ਕਰੜਾ ਦਿਲ ਮੇਰਾ ਵੀ ਨਹੀਂ। ਮੈਂ ਬੜੀਆਂ ਦਰਦਨਾਕ ਜੋ ਕਈ ਗੱਲਾਂ ਸੁਣੀਆਂ ਨੇ, ਜਿਹੜੇ ਤੁਰ ਚੱਲੇ ਸਨ ਉਹਨਾਂ ਦੇ ਸੁਨੇਹੇ, ਜਿਹੜੇ ਕਈ ਅਸੀਂ ਪਹੁੰਚਾ ਨਹੀਂ ਸਕੇ ਤੇ ਕਈਆਂ ਨੂੰ ਪਹੁੰਚਾਏ ਵੀ, ਪਰ ਉਹ ਦਿਲ ਕੰਬਾਊ ਨੇ ਤੇ ਉਹਨਾਂ ਤੋਂ ਸ਼ਾਇਦ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਏ। ਮੈਂ ਕੁਝ ਕੁ ਜ਼ਰੂਰ ਸਾਂਝੇ ਕਰਨਾ ਚਾਹਾਂਗੀ, ਕਿਉਂਕਿ ਮੌਤਾਂ ਇੰਨੀਆਂ ਕਿ ਹਰ ਇੱਕ ਦੀ ਗੱਲ, ਕਈ ਤਾਂ ਆਉਂਦੇ ਹੀ ਬੇਹੋਸ਼ ਨੇ, ਉਹਨਾਂ ਨਾਲ ਤੇ ਗੱਲ ਹੁੰਦੀ ਹੋਈ ਨਹੀਂ, ਆਖਰੀ ਸਾਹਾਂ ਤੇ ਹੀ ਆਉਂਦੇ ਨੇ। ਹੱਸਦੇ ਖੇਡਦੇ ਹੀ ਇੱਕਦਮ ਤੁਰ ਜਾਂਦੇ ਨੇ। ਕੋਈ ਥ੍ਰੋਮਬੋ ਐਂਬੋਲਿਕ ਫਿਨੋਮੀਨਾ ਹੋਇਆ ਜਾਂ ਜਿਵੇਂ ਵੀ, ਇੱਕਦਮ ਹੀ ਪਤਾ ਹੀ ਨਹੀਂ ਲੱਗਦਾ ਕਿ ਹੁਣੇ ਤਾਂ ਜੇ ਮੁਸਕਰਾ ਰਹੇ ਸਨ, ਹੁਣੇ ਗੱਲ ਕਰ ਰਹੇ ਸਨ, ਅਸੀਂ ਦਿੱਲੀੋਂ ਆਏ ਹਾਂ, ਚਾਹ ਪੀ ਕੇ ਵਿੱਚ ਰਸਤੇ 'ਚ ਰੁਕਿਆ, ਹੁਣ ਅਸੀਂ ਬਸ ਚਲੇ ਜਾਣਾ 2 ਦਿਨ ਨੂੰ। ਯਾਨੀ ਉਹ ਆਪਣੀਆਂ ਪ੍ਰੋਗਰਾਮ ਬਣਾਏ ਉਹਨਾਂ ਦੇ, ਉਸੇ ਮਿੰਟਾਂ ਸਕਿੰਟਾਂ 'ਚ ਹੱਥੋਂ ਸਾਡੇ ਡਿੱਗਲ ਜਾਂਦੇ ਨੇ। ਇਸੇ ਤਰ੍ਹਾਂ ਕਈ ਨੇ ਜਿਹੜੇ ਛੋਟੀ ਉਮਰ ਹੀ, ਜਿਨ੍ਹਾਂ ਨੂੰ ਅਜੇ ਸਮਝ ਹੀ ਨਹੀਂ ਬੱਚਿਆਂ ਨੂੰ, ਉਹ ਗਏ ਨੇ। ਸੋ ਹਰ ਉਮਰ ਦੇ, ਹਰ ਵਰਗ ਦੇ ਇਸ ਵੇਲੇ ਲੋਕ ਜਾਂਦੇ ਪਏ ਨੇ, ਜਿਨ੍ਹਾਂ 'ਚ ਸਾਡਾ ਆਪਣਾ ਰੈਜ਼ੀਡੈਂਟ ਇੱਕ ਇੱਥੇ ਉਹ ਵੀ ਚਲਾ ਗਿਆ। ਮੈਂ ਬੜਾ ਭਰੇ ਜੇ ਮਨ ਨਾਲ ਹੀ ਕਹਿ ਰਹੀ ਹਾਂ, ਸਾਡੇ ਈਵਨ ਹੈਡ ਆਫ ਦੀ ਕਈ ਡਿਪਾਰਟਮੈਂਟ ਗੈਸਟਰੋਂਟਰੋਲੋਜੀ ਦੇ, ਉਹ ਵੀ, ਇਹਨਾਂ ਦੀ ਵੀ ਡੈਥ ਹੋਈ। ਸੋ ਕਈ ਅਲੱਗ ਅਲੱਗ ਯਾਨੀ ਉਮਰ ਦੇ ਲੋਕ, ਅਲੱਗ ਅਲੱਗ ਵਰਗ ਦੇ ਲੋਕ, ਕੋਈ ਐਡਵੋਕੇਟ ਨੇ, ਕੋਈ ਰਾਈਟਰ ਨੇ, ਕੋਈ ਰੇਹੜੀ ਲਾਉਂਦੇ ਨੇ, ਕੋਈ ਹਰ ਯਾਨੀ ਵੱਖੋ ਵੱਖਰੀ ਉਮਰ ਵੀ ਹੈ, ਬੱਚੇ ਵੀ ਨੇ, ਨੌਜਵਾਨ ਵੀ ਨੇ, ਬਜ਼ੁਰਗ ਵੀ ਨੇ, ਸਭ ਤਰ੍ਹਾਂ ਦੇ ਲੋਕ ਤੁਰੀ ਜਾਂਦੇ ਪਏ ਨੇ। ਬਿਲਕੁਲ। ਤੇ ਜਿਹੜੀ ਗੱਲ ਤੁਸੀਂ ਮੇਰੇ ਤੋਂ ਖਾਸ ਤੌਰ ਤੇ ਪੁੱਛੀ ਹੈ, ਕੋਈ ਆਖਰੀ ਤਮੰਨਾ, ਮੈਂ 4 ਜਾਂ 5 ਸਾਂਝੀਆਂ ਕਰਾਂਗੀ, ਜਿਨ੍ਹਾਂ ਵਿੱਚੋਂ ਸ਼ਾਇਦ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਜਿਨ੍ਹਾਂ 'ਚੋਂ ਇੱਕ ਮੈਂ ਜ਼ਰੂਰ ਪਿਤਾ ਦੀ ਗੱਲ ਕਰਨਾ ਚਾਹਾਂਗੀ। 62 ਸਾਲ ਦੇ ਸਨ, ਜਿਨ੍ਹਾਂ ਨੇ ਕਿਹਾ ਕਿ ਮੇਰੀ ਬੇਟੀ ਨੇ ਵਿਆਹ ਮੇਰੀ ਮਰਜ਼ੀ ਦੇ ਖਿਲਾਫ ਕੀਤਾ ਸੀ ਤੇ ਮੈਂ ਹੁਣ ਤੱਕ ਉਹਦੇ ਨਾਲ ਨਾਰਾਜ਼ ਸਾਂ, ਗੱਲ ਨਹੀਂ ਕੀਤੀ ਵਿਆਹ ਤੋਂ ਬਾਅਦ, ਤੇ ਮੈਂ ਅੱਜ ਉਹਨੂੰ ਮਾਫ਼ ਕਰਨਾ ਚਾਹੁੰਦਾ, ਮੇਰੀ ਗੱਲ ਕਰਾ ਦਿਓ। ਅੱਛਾ। ਤੇ ਅਸੀਂ ਕੋਸ਼ਿਸ਼ ਕੀਤੀ, ਰੈਜ਼ੀਡੈਂਟ ਨੂੰ ਕਿਹਾ ਗੱਲ ਕਰਵਾ ਕੇ ਜੇ ਹੋ ਸਕੇ, ਪਰ ਉਹ ਬਾਈ ਚਾਂਸ ਉਹਨਾਂ ਦੀ ਬੇਟੀ ਨੇ ਫੋਨ ਚੱਕਿਆ ਨਹੀਂ। ਮੈਸੇਜ ਵੀ ਦਿੱਤੇ, ਫੋਨ ਵੀ ਕਰ ਦਿੱਤੇ, ਤੇ ਅਸੀਂ ਉਹਨਾਂ ਨੂੰ, ਸਾਨੂੰ ਲੱਗਦਾ ਵੀ ਨਹੀਂ ਸੀ ਕਿ ਇੰਨੇ ਸੀਰੀਅਸ ਹੋਣਗੇ ਕਿ ਕੁਛ ਛੇਤੀ ਇੱਕਦਮ ਹੋ ਸਕਦਾ। ਸੋ ਉਹਨਾਂ ਨੂੰ ਕਿਹਾ ਕਿ ਉਹ ਚੱਕ ਨਹੀਂ ਰਹੀ, ਮੈਸੇਜ ਦੇ ਦਿੱਤਾ ਤੇ ਅਸੀਂ ਤੁਹਾਨੂੰ ਫਿਰ ਗੱਲ ਕਰਵਾ ਦਿੰਦੇ ਹਾਂ। ਠੀਕ ਹੈ। ਦਮਕ ਨੂੰ ਉਹ ਇੱਕਦਮ ਕਾਫੀ ਸੀਰੀਅਸ ਹੋ ਗਏ ਤੇ ਕਹਿਣ ਲੱਗੇ, ਇੱਕ ਵਾਰੀ ਬੋਲੇ ਬਸ, ਆਖਰੀ ਗੱਲ ਹੋਈ ਤੁਹਾਡੀ, ਤੇ ਅਸੀਂ ਉਹਨਾਂ ਨੂੰ ਕਿਹਾ ਵੀ ਉਹ ਭੇਜਿਆ ਉਹਨੂੰ, ਫਿਰ ਆਪਣੇ ਫਿਰ ਗੱਲ ਕਰਾਈ ਜਰਾ, ਫੋਨ ਕਰ ਜੇ ਮਿਲਦਾ ਜੀ। ਬਸ ਉਹ ਆਖਰੀ ਸੀ ਜਦੋਂ ਉਹਨਾਂ ਨੂੰ ਹੋਸ਼ ਰਹੀ, ਫਿਰ ਵੈਂਟੀਲੇਟਰ ਤੇ ਪੈ ਗਏ। ਉਹ ਤਾਂ ਸਵੇਰ ਨੂੰ ਪੂਰੇ ਹੋ ਗਏ, ਪਰ ਉਹਨਾਂ ਦੀ ਬੇਟੀ ਨੇ ਅਗਲੇ ਦਿਨ ਫੋਨ ਚੱਕਿਆ। ਅੱਛਾ। ਵਾਪਸ ਕੀਤਾ ਜਦੋਂ, ਤੇ ਕੁਛ ਰੁਝੇਵੇਂ 'ਚ ਹੋਏਗੀ, ਜਿਹੜਾ ਉਹਦੇ ਲਈ ਅਨਨੋਨ ਨੰਬਰ ਸੀ, ਕਿਉਂਕਿ ਉਹਨੇ ਨਹੀਂ ਚੱਕਿਆ। ਪਰ ਜਦੋਂ ਅਸੀਂ ਉਹਨਾਂ ਨੂੰ ਦੱਸਿਆ ਕਿ ਇਹ ਸੀ ਗੱਲ ਹੋਈ, ਉਹ ਬਹੁਤ ਰੋਈ। ਪਰ ਵਕਤ ਕਿਸੇ ਲਈ ਉਡੀਕਦਾ ਨਹੀਂ, ਲੰਘ ਚੁੱਕਿਆ। ਮੌਕੇ ਉਹ ਯਾਨੀ ਇੱਕ ਆਖਰੀ ਸਦਰ ਸੀ ਉਹਨਾਂ ਦੇ ਮਨ 'ਚ ਜੋ ਲੈ ਕੇ ਚਲੇ ਗਏ। ਮੈਨੂੰ ਲੱਗਿਆ ਕਿ ਇਹੋ ਜਿਹੇ ਮੌਕੇ ਤੇ ਜੇ ਆਪਾਂ ਪਹੁੰਚਣ ਤੋਂ ਪਹਿਲਾਂ ਹੀ ਮਨਾਂ ਵਿੱਚ ਇੱਕ ਜੋ ਗੁਰਬਾਣੀ ਵੀ ਦੱਸਦੀ ਹੈ ਕਿ ਖਿਮਾ ਕਰਨ ਨਾਲ ਸਾਡਾ ਰੁਤਬਾ ਉੱਚਾ ਹੋ ਜਾਂਦਾ ਤੇ ਦਿਲ ਵੀ ਵਿਸ਼ਾਲ ਹੁੰਦਾ, ਤੇ ਕਿੰਨੀ ਕੁ ਵੱਡੀ ਗੱਲ ਸੀ ਉਹ ਜੇ ਪਹਿਲਾਂ ਇਹ ਗੱਲ ਹੋ ਗਈ ਹੁੰਦੀ। ਸਾਰੀ ਉਮਰ ਹੁਣ ਉਹ ਬੇਟੀ ਵੀ ਮਨ ਵਿੱਚ ਇਹ ਹਿਰਖ ਰੱਖੇਗੀ, ਗੱਲ ਨਹੀਂ ਹੋਈ। ਰੁਝੇਵਿਆਂ ਵਿੱਚ ਕਈ ਵਾਰ ਕੋਈ ਫੋਨ ਕਿਸ ਤਰ੍ਹਾਂ ਦਾ ਇੰਪੋਰਟੈਂਟ ਹੁੰਦਾ ਕਿਸੇ ਨੂੰ ਸਮਝ ਹੀ ਨਹੀਂ ਹੁੰਦੀ, ਪਰ ਉਹ ਸਦਰ ਲੈ ਕੇ ਤੁਰ ਗਏ, ਅਧੂਰੀ ਸਦਰ। ਦਿਲ ਨੇ ਬੜਾ ਖਰਾਬ ਜਿਹਾ ਸੀ,
ਬਿਲਕੁਲ ਇਸੇ ਹਾਂਜੀ, ਕਿਉਂਕਿ ਹੈ ਤਾਂ ਇਹ ਇਨਸਾਨ ਦੀ ਇੱਕ ਈਗੋ ਹੈ ਜਾਂ ਜਾਤਾਂ ਪਾਤਾਂ ਦਾ ਰੌਲਾ ਹੈ ਜਾਂ ਕੀ ਹੈ, ਮਤਲਬ ਉਹਦੇ 'ਚ ਹੀ ਆਪਾਂ ਉਲਝੇ ਰਹਿੰਦੇ ਹਾਂ, ਪਤਾ ਲੱਗਦਾ ਨਹੀਂ ਜ਼ਿੰਦਗੀ ਖਤਮ ਕਦੋਂ ਹੋ ਗਈ। ਅਸਲੀਅਤ ਤਾਂ ਮੌਤ ਹੀ ਹੈ। ਬਿਲਕੁਲ। ਤੇ ਇਸੇ ਤਰ੍ਹਾਂ ਹੀ ਇੱਕ ਹੋਰ ਸਨ ਜਿਨ੍ਹਾਂ ਦਾ ਭਰਾ ਨਾਲ ਸ਼ਾਇਦ ਨਾਰਾਜ਼ਗੀ ਸੀ ਉਹਨਾਂ ਦੀ ਕਾਫੀ, ਕਿ ਅਸੀਂ ਭਰਾ ਪਿਛਲੇ 10 ਸਾਲਾਂ ਤੋਂ ਬੋਲੇ ਨਹੀਂ ਤੇ ਸਾਡੀ ਆਪਸੀ ਜੋ ਵੀ ਉਹਨਾਂ ਦੀ ਜਾਇਦਾਦ ਦੀ ਵੰਡ ਸੀ ਜਾਂ ਜੋ ਵੀ, ਇਹ ਤਾਂ ਨਹੀਂ ਕਿ ਉਹਨਾਂ ਨੇ ਸਾਨੂੰ ਦੱਸਿਆ ਕਿ ਜਾਂ ਦੋਨਾਂ ਯਾਨੀ ਭਰਜਾਈਆਂ ਦੀ ਆਪਸ ਵਿੱਚ ਕੋਈ ਨਹੀਂ ਬਣੀ, ਜੋ ਵੀ ਕਾਰਨ ਹੋਏਗਾ। ਜੀ ਜੀ। ਉਹਨਾਂ ਦਾ ਵੀ ਬੜਾ ਚਿੱਤ ਸੀ ਕਿ ਮੈਂ ਭਰਾ ਨਾਲ ਗੱਲ ਕਰਨੀ ਹੈ, ਮੈਂ ਉਹਨਾਂ ਨੂੰ ਕਹਿਣਾ ਵੀ ਮੈਂ ਸਾਰਾ ਕੁਝ ਜੋ ਮੇਰੇ ਮਨ 'ਚ ਗਿਲਾ ਸੀ ਮਾਫ਼ ਕੀਤਾ। ਉਹਨਾਂ ਦੀ ਗੱਲ ਹੋ ਗਈ ਸੀ ਜੀ, ਇਹਨਾਂ ਦੀ ਗੱਲ ਜ਼ਰੂਰ ਹੋਈ, ਪਰ ਉਹ ਗੱਲ ਕਰਦੇ ਪੂਰੀ ਗੱਲ ਨਹੀਂ ਸਨ ਕਰ ਸਕੇ। ਇੱਕਦਮ ਸਾਹ ਉਹਨਾਂ ਨੂੰ ਕਾਫੀ ਤੇਜ਼ ਚੜ੍ਹ ਗਿਆ, ਸਾਨੂੰ ਇੱਕਦਮ ਫੋਨ ਫੜਨਾ ਪਿਆ ਉਹਨਾਂ ਨੂੰ। ਅੱਛਾ। ਸ਼ੁਰੂ ਹੀ ਕੀਤੀ ਸੀ ਗੱਲ ਉਹਨਾਂ ਨੇ ਕਿ ਰੋ ਪਏ ਉਹ ਵੀ, ਅਸੀਂ ਵੀ ਸਾਰੇ ਜਿੰਨੇ ਖੜੇ ਸਾਂ ਸਾਡੇ ਵੀ ਦਿਲ ਥੋੜੇ ਭਰ ਗਏ ਸਨ, ਪਰ ਉਹ ਗੱਲ ਪੂਰੀ ਨਾ ਕਰ ਸਕੇ। ਉਹ ਸਾਹ ਕਾਫੀ ਤੇਜ਼ ਹੋ ਗਿਆ ਉਹਨਾਂ ਨੂੰ, ਫਿਰ ਅਸੀਂ ਫੋਨ ਫੜਨਾ ਪਿਆ ਉਹਨਾਂ ਨੂੰ, ਇਮੀਡੀਏਟਲੀ ਸਾਂਭਿਆ, ਪਰ ਉਹ ਵੀ ਨਹੀਂ ਰਹੇ। ਹਾਂਜੀ। ਯਾਨੀ ਉਹ ਗੱਲ ਵੀ ਪੂਰੀ ਨਾ ਕਰ ਸਕੇ, ਉਸ ਜਿਹੜੀ ਉਹਨਾਂ ਨੇ ਆਖਰੀ ਤਮੰਨਾ ਇਹਨਾਂ ਦੀ ਵੀ ਪੂਰੀ ਨਾ ਹੋਈ ਜੀ। ਇਸੇ ਤਰ੍ਹਾਂ ਯਾਨੀ ਗੱਲ ਸਕੇ ਭਰਾਵਾਂ ਦੀ, ਇਸ ਮੌਕੇ ਜੇ ਉਹ ਮਾਫ਼ ਕੀਤਾ ਵੀ ਤਾਂ ਫਿਰ ਤੁਸੀਂ ਉਹ ਕਿੰਨੀ ਕੁ ਦੇਰ ਸਾਂਝ ਰਹਿ ਸਕੀ, ਅੱਧੀ ਗੱਲ 'ਚ ਹੀ ਉਹ ਤੁਰ ਗਏ ਨਾਲ। ਕੀ ਅਸੀਂ ਨਾਲ ਤਾਂ ਦੇਖੋ ਜਦਾਦੇ ਵੀ ਨਹੀਂ ਲੈ ਕੇ ਗਏ ਨਾ, ਉਹਨਾਂ ਨੇ ਲੈ ਕੇ ਜਾਣੀ ਹੈ। ਬਿਲਕੁਲ। ਕਿੰਨੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਇੰਨੇ ਦੇ ਵਿੱਚ ਅਸੀਂ ਯਾਨੀ ਪਾੜ ਪਾ ਕੇ ਬਹਿ ਜਾਂਦੇ ਹਾਂ। ਹੁਣ ਇਸੇ ਤਰ੍ਹਾਂ ਸਨ ਉਹ ਵੀ ਸਾਲ ਸ਼ਾਇਦ ਇੰਨੇ ਕੁ ਦੇ ਨੇੜੇ ਤੇੜੇ ਹੋਣੀ। ਉਹ ਕਹਿ ਰਹੇ ਸਨ ਕਿ ਮੇਰਾ ਬੇਟਾ ਹੈ 10ਵੀਂ ਜਮਾਤ ਵਿੱਚ ਤੇ ਉਹਦੀ ਮੰਗ ਹੈ ਮੋਟਰਸਾਈਕਲ ਲੈਣਾ ਸੀ, ਤੇ ਤੁਸੀਂ ਨਾ ਮੇਰੇ ਖਰਚਾ ਨਾ ਜ਼ਿਆਦਾ ਕਰਿਓ, ਉਹ ਪੈਸੇ ਰੱਖਣੇ ਨੇ, ਮੈਂ ਮੰਗ ਪੂਰੀ ਕਰਨੀ ਹੈ ਮੋਟਰਸਾਈਕਲ ਦੀ। ਅੱਛਾ। ਗੱਲ ਇਹ ਹੈ ਕਿ ਜਿਸ ਵੀ ਤਰੀਕੇ ਉਹਨਾਂ ਜੋ ਵੀ ਆਪਣੇ ਮਨ ਵਿੱਚ ਹਿਰਖ ਸੀ ਵੀ ਪੂਰਾ ਕਰਨਾ, ਉਹਨਾਂ ਕੋਲ ਪੈਸੇ ਦੀ ਕਮੀ ਹੋਏ ਤਾਂ ਉਹਨਾਂ ਦਾ ਕੋਈ ਕਸੂਰ ਨਹੀਂ ਸੀ, ਪਰ ਅਬ ਵਕਤ ਤੋਂ ਪਹਿਲਾਂ ਉਹਨਾਂ ਨੂੰ ਵੀ ਲੈ ਗਿਆ। ਖੈਰ ਖਰਚਾ ਇੱਥੇ ਤਾਂ ਉਹਨਾਂ ਦਾ ਨਹੀਂ ਹੋਇਆ ਕਿਉਂਕਿ ਅਸੀਂ ਰਜਿੰਦਰਾ ਤਾਂ ਸਾਰਾ ਮੁਫਤ ਹੀ ਕੀਤਾ ਸੀ, ਪਰ ਪਤਾ ਨਹੀਂ ਉਹਦਾ ਬੇਟੇ ਦਾ ਮੋਟਰਸਾਈਕਲ ਹੋਇਆ ਜਾਂ ਨਹੀਂ ਹੋਇਆ। ਪਰ ਉਹਨਾਂ ਦੀ ਰੀਝ ਸੀ ਜਿਹੜੀ ਉਹ ਮਨ ਵਿੱਚ ਉਸੇ ਤਰ੍ਹਾਂ ਉਹ ਸਾਡੇ ਤੱਕ ਹੀ ਸੀਮਤ ਹੈ, ਕਿਉਂਕਿ ਅਸੀਂ ਅੱਗੇ ਸਾਡਾ ਸਿੱਧਾ ਵਾਹ ਉਹਨਾਂ ਦੇ ਬਾਹਰ ਨਹੀਂ, ਉਹਨਾਂ ਦੇ ਰਿਲੇਟਿਵ ਨਾਲ ਪਿੰਡਾਂ ਨਾਲ ਦੱਸ ਸਕਦੇ ਹਾਂ। ਹਾਂਜੀ। ਪਰ ਉਹਦੇ ਪੁੱਤਰ ਨੂੰ ਸ਼ਾਇਦ ਤੁਹਾਡੇ ਪ੍ਰੋਗਰਾਮ ਰਾਹੀਂ ਜੇ ਕਿਤੇ ਉੱਥੇ ਪਹੁੰਚੇ ਗੱਲ, ਤਾਂ ਉਹਨਾਂ ਦੀ ਵੀ ਸਦਰ ਸੀ ਕਿ ਮੇਰਾ ਪੁੱਤਰ ਮੋਟਰਸਾਈਕਲ ਲੈ ਲਵੇ, ਮੇਰੇ ਤੇ ਖਰਚਾ ਭਾਵੇਂ ਨਾ ਹੋਵੇ, ਮੈਂ ਰਵਾਂ ਨਾ ਰਵਾਂ। ਇਹੋ ਜਿਹੀਆਂ ਰੀਝਾਂ ਨੇ ਜਿਹੜੀਆਂ ਕਈਆਂ ਦੇ ਮਨਾਂ 'ਚ ਨਾਲ ਹੀ ਤੁਰ ਜਾਂਦੀਆਂ। ਹੁਣ ਇਸੇ ਤਰ੍ਹਾਂ ਇੱਕ ਬਹੁਤ ਇੰਪੋਰਟੈਂਟ ਹੋਰ ਮੈਂ ਸਾਂਝਾ ਕਰਨਾ ਚਾਹੁੰਦੀ ਹਾਂ। ਜੀ ਜੀ। ਉਹ ਥੋੜ੍ਹੀ ਵਡੇਰੀ ਉਮਰ ਦੇ ਸਨ ਤੇ ਕਹਿਣ ਲੱਗੇ ਮੈਂ ਅਜੇ ਰਿਟਾਇਰ ਹੋਇਆ ਨੂੰ ਮੈਨੂੰ ਸਾਲ ਡੇਢ ਹੀ ਹੋਇਆ, ਤੇ ਮੇਰੀ ਵਹੁਟੀ ਦੀ ਇੱਕ ਸ਼ਿਕਾਇਤ ਹੈ। ਉਹਨਾਂ ਦੀ ਵਹੁਟੀ ਨੂੰ ਵੀ ਹੋਇਆ ਸੀ ਕੋਵਿਡ, ਪਰ ਉਹ ਮਾਈਲਡ ਸਨ। ਅੱਛਾ। ਕਹਿਣ ਲੱਗੇ ਕਿ ਉਹਦੀ ਹੁਣ ਤੁਹਾਡੀ ਆਵਾਜ਼ ਮਿਸ ਹੋ ਗਈ, ਤੁਸੀਂ ਕਿਹਾ ਮਾਈਲਡ ਸਨ, ਉਸ ਤੋਂ ਬਾਅਦ? ਹਾਂਜੀ, ਜਿਹੜੀ ਆਵਾਜ਼ ਅਸਲ 'ਚ ਮੇਰਾ ਹੀ ਦਿਲ ਜਿਹਾ ਭਰ ਜਾਂਦਾ ਇਹੋ ਜਿਹੀ ਗੱਲ ਸੋਚ ਕੇ, ਤਾਂ ਹੀ ਖਿਮਾ ਕਰਿਓ। ਮੈਂ ਪਹਿਲਾਂ ਹੀ ਕਿਹਾ ਸੀ ਕਿ ਕੁਝ ਬੜੇ ਦਰਦਨਾਕ ਇਹ ਕਿੱਸੇ ਨੇ, ਉਹ ਵੀ ਅਸਲ ਘਟਨਾਵਾਂ ਜਿਹੜੀਆਂ ਤੁਹਾਡੇ ਦਿਲ ਨੂੰ ਡੋਬੂ ਪਾ ਦਿੰਦੀਆਂ ਨੇ। ਸੋ ਬਿਮਾਰੀ ਸੀਰੀਅਸ ਸੀ, ਇਹਨਾਂ ਦੀ ਵਾਈਫ ਦੀ ਮਾਈਲਡ ਡਿਜ਼ੀਜ਼ ਸੀ, ਉਨੀ ਸੀਰੀਅਸ ਨਹੀਂ ਸੀ। ਤੇ ਕਹਿਣ ਲੱਗੇ ਮੈਂ ਨਾ ਆਪਣੀ ਵਹੁਟੀ ਨੂੰ ਵਾਅਦਾ ਕੀਤਾ ਸੀ, ਉਹਨੇ ਹੁਣ ਰਿਟਾਇਰ ਹੋਣਾ ਅਗਲੇ ਮਹੀਨੇ, ਯਾਨੀ ਇਹ ਹੋ ਚੁੱਕੇ ਹੋਏ ਸਨ 1.5 ਸਾਲ ਤੋਂ, ਤੇ ਉਹਦੇ ਹੋਣਾ ਸੀ। ਤੇ ਕਹਿੰਦੇ ਉਹ ਸਾਰੀ ਉਮਰ ਮੇਰੀ ਜਾਨ ਖਾਂਦੀ ਰਹੀ ਵੀ ਮੈਂ ਜਦੋਂ ਤੋਂ ਵਿਆਹ ਕੇ ਤੇਰੇ ਘਰ ਆਈ ਹਾਂ ਕਦੇ ਹੀ ਨਹੀਂ ਤੂੰ ਕਿਤੇ ਕਮਾਂਡ ਲੈ ਕੇ ਗਿਆ, ਤੇ ਮੈਂ ਹੁਣ ਪੱਕਾ ਨਾ ਉਹਨੂੰ 1 ਮਹੀਨਾ ਲੈ ਜਾਣਾ, ਚੱਲ ਚੱਲੀਏ
ਸਾਰਾ ਕੰਮ ਕਾਰ ਛੱਡ ਬਸ ਸਾਰੀ ਉਮਰ ਕਮਾਈ ਕਰ ਲਈ, ਹੁਣ ਆਪਾਂ 1 ਮਹੀਨਾ ਮਨਾਲੀ ਲੈ ਕੇ ਆਉਣਾ। ਉਹਨੇ ਬੜੀ ਵਾਰ ਉਹਦੀ ਮੰਗ ਸੀ ਤੇ ਉਹਨਾਂ ਨੇ ਵਾਰ ਪੁੱਛਣਾ ਮੇਰੀ ਵਹੁਟੀ ਦਾ ਕੀ ਹਾਲ ਹੈ ਤੇ ਅਸੀਂ ਕਹਿਣਾ ਬਿਲਕੁਲ ਠੀਕ ਹੋ ਚੱਲੀ ਹੈ, ਬਸ ਉਡੀਕ ਰਹੀ ਹੈ, ਤੁਸੀਂ ਆਓ ਤੇ ਫਿਰ ਅਸੀਂ ਦੱਸਦੇ ਹਾਂ ਉਹਨਾਂ ਨੂੰ ਤੁਸੀਂ ਹੁਣ ਮਨਾਲੀ ਜਾਓ ਤੇ ਖੁਸ਼ੀ ਮਨਾਓ। ਅੱਛਾ। ਅਸੀਂ ਡਿਊਟੀ ਆਫ ਕਰਕੇ ਆ ਗਏ ਸਾਂ ਤੇ ਅਗਲੇ ਦਿਨ ਸਵੇਰੇ ਹੀ ਮੈਨੂੰ ਪਤਾ ਲੱਗਿਆ ਕਿ ਉਹ ਨਹੀਂ ਰਹੇ, ਰਾਤ ਸੀਰੀਅਸ ਹੋ ਗਏ ਤੇ ਨਹੀਂ ਰਹੇ। ਪਰ ਉਹਨਾਂ ਦੀ ਵਾਈਫ ਠੀਕ ਹੋ ਗਏ। ਉਹਨਾਂ ਨੂੰ ਅਸੀਂ ਦੱਸਿਆ ਵੀ ਇਸ ਤਰੀਕੇ ਦੀ ਉਹਨਾਂ ਦੀ ਤਮੰਨਾ ਸੀ। ਜ਼ਾਹਰ ਹੈ ਕਿ ਕਿਸ ਹਾਲ ਵਿੱਚ ਉਹ ਸਮੇਂ ਸੀਗੇ ਜਦੋਂ ਦੱਸਿਆ ਕਿ ਤੁਹਾਨੂੰ ਹੀ ਯਾਦ ਕਰਦੇ ਗਏ ਨੇ। ਹਾਂਜੀ। ਪਰ ਉਹ ਤਮੰਨਾ ਉਹ ਸਦਾ। ਸੋ ਇੱਕ ਮੇਰਾ ਕਹਿਣ ਦਾ ਭਾਵ ਸੀ ਮੈਂ ਕਿਸੇ ਦੇ ਦੁੱਖ ਨਹੀਂ ਫਰੋਲ ਰਹੀ, ਇਹਦੇ ਵਿੱਚ ਜ਼ਿੰਦਗੀ ਦਾ ਤੱਤ ਨਿਚੋੜ ਰਹੇ ਹਾਂ ਕਿ ਇਹ ਸਧਰਾਂ ਇਹ ਜੋ ਸਾਡੇ ਮਨਾਂ ਵਿੱਚ ਨੇ ਇਹਨੂੰ ਕੋਈ ਸਮੇਂ ਤੱਕ ਨਾ ਅਗਾਂਹ ਲਿਜਾਇਆ ਕਰੀਏ। ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇੱਕ ਪਲ ਦਾ ਵੀ ਨਹੀਂ। ਜੋ ਚੀਜ਼ ਹੈ ਉਹਨੂੰ ਉਸ ਸਮੇਂ ਕਰੋ। ਜ਼ਿੰਦਗੀ ਰੋਜ਼ ਦੀ ਇੱਕ ਦਿਨ ਲਈ ਮਿਲੀ ਸਮਝ ਕੇ ਜੇ ਅਸੀਂ ਜੀ ਲਈਏ, ਇਹਨੂੰ ਪੈਂਡਿੰਗ ਵਰਕਸ ਰੱਖ ਕੇ ਨਾ ਜਾਇਆ ਕਰੀਏ। ਬਾਅਦ ਵਿੱਚ ਸ਼ਾਇਦ ਉਹ ਸਮਾਂ ਕਦੇ ਵੀ ਨਹੀਂ ਆਉਂਦਾ। ਬਿਲਕੁਲ ਬਿਲਕੁਲ ਡਾਕਟਰ ਸਾਹਿਬ। ਫਿਰ ਮੈਂ ਕਦੇ ਵੀ ਸੈਡ ਨੋਟ ਤੇ, ਹਾਲਾਂਕਿ ਆਪ ਅੱਜ ਮੇਰਾ ਦਿਲ ਥੋੜਾ ਜਿਹਾ ਭਰਿਆ ਪਿਆ, ਪਰ ਜਦੋਂ ਪਾਠ ਕਰਦੇ ਹਾਂ ਜਾਂ ਜਦੋਂ ਰੱਬ ਨੂੰ ਕਿਸੇ ਵੇਲੇ ਯਾਦ ਕਰੀਦਾ, ਕਿਉਂਕਿ ਸਾਡਾ ਤਾਂ 24 ਘੰਟੇ ਰੱਬ ਤੋਂ ਬਗੈਰ ਗੁਜ਼ਾਰਾ ਹੀ ਨਹੀਂ। ਸਾਰਾ ਦਿਨ ਅਰਦਾਸਾਂ ਹੀ ਕਰੀਦੀਆਂ ਵੀ ਬਚ ਜਾਣ, ਇਹ ਵੀ ਬਚ ਜਾਣ, ਤੇ ਜਿਹੜੇ ਬਚਦੇ ਨੇ ਇੱਕੋ ਹੀ ਗੱਲ ਕਰੀਦੀ ਹੈ, ਸ਼ੁਕਰ ਹੈ ਰੱਬਾ ਇਹ ਘਰ ਵਾਪਸ ਜਾਣਗੇ, ਕਿਸੇ ਦੇ ਘਰ ਤਾਂ ਖੇੜਾ ਹੋਇਆ। ਕਾਫੀ ਨੇ ਜਿਹੜੇ ਬਚ ਰਹੇ ਨੇ। ਇਹ ਨਹੀਂ ਹੈ ਚੰਗੀ ਪੋਜ਼ਿਟਿਵ ਗੱਲ ਹੈ ਕਿ ਮੌਤਾਂ ਤੋਂ ਵੱਧ ਸਾਡੇ ਕੋਲ ਬਚ ਕੇ ਜਾ ਰਹੇ ਨੇ। ਸੋ ਸ਼ੁਕਰ ਕਰੀਦਾ ਕਿ ਵਾਹਿਗੁਰੂ ਤੇਰਾ, ਉਸ ਸ਼ੁਕਰ ਦੇ ਨਾਲ ਸਾਨੂੰ ਵੀ ਬਹੁਤ ਤਸੱਲੀ ਹੁੰਦੀ ਹੈ ਕਿ ਇੱਕ ਟੱਬਰ ਵਿੱਚ ਅਸੀਂ ਖੁਸ਼ੀ ਵਾਪਸ ਭੇਜ ਸਕੇ। ਸੋ ਇਹੀ ਮੈਂ ਇੱਕ ਅਖੀਰ ਵਿੱਚ ਜੋ ਬਹੁਤ ਇੰਪੋਰਟੈਂਟ ਤੇ ਸਭ ਤੋਂ ਜ਼ਰੂਰੀ ਜੋ ਸਾਂਝੀ ਕਰਨਾ ਚਾਹੁੰਦੀ ਹਾਂ, ਇੱਕ ਕੇਸ ਜੋ ਕਿ 82 ਈਅਰ ਫੀਮੇਲ ਸਨ, ਜਿਨ੍ਹਾਂ ਦੇ ਫੈਲਿਆ ਹੋਇਆ ਕੈਂਸਰ ਸੀ ਗੋਲ ਬਲੈਡਰ ਦਾ। ਤੇ ਸਾਨੂੰ ਸੱਚ ਦੱਸਾਂ 1% ਵੀ ਉਮੀਦ ਨਹੀਂ ਸੀ ਕਿ ਜਿਹੜੇ ਨੌਜਵਾਨ ਵੀ ਤੁਰੀ ਜਾਂਦੇ ਨੇ ਤੇ ਇਹਨਾਂ ਨੂੰ ਕੋਵਿਡ ਹੋ ਕੇ ਆਇਆ, ਜਿਨ੍ਹਾਂ ਦੇ ਆਲਰੇਡੀ ਫੈਲੀ ਬਿਮਾਰੀ ਕੈਂਸਰ ਦੀ, ਉਹ ਵੀ ਲਾਸਟ ਸਟੇਜ ਤੇ ਇਹਨਾਂ ਨੇ ਕਿਸੇ ਹੀ ਹਾਲ 'ਚ ਨਹੀਂ ਬਚਣਾ। ਯਾਨੀ ਅਸੀਂ ਸਾਡੇ ਵੱਲੋਂ ਅਸੀਂ ਪੱਕੇ ਹੀ ਸਾਂ ਕਿ ਇਹਨਾਂ ਦੇ ਤਾਂ ਕੋਈ ਉਮੀਦ ਹੈ ਹੀ ਨਹੀਂ। ਸੋ ਉਸ ਹਿਸਾਬ ਨਾਲ ਪਰ ਇਲਾਜ ਤਾਂ ਅਸੀਂ ਬਤੌਰ ਸਾਡੀ ਜ਼ਿੰਮੇਵਾਰੀ ਸੀ ਕਰਨਾ ਹੀ ਸੀ। ਠੀਕ ਹੈ। ਹੁਣ ਉਹਨਾਂ ਕੋਲ ਜਦੋਂ ਵੀ ਜਾਓ ਦੇਖੋ ਕਿਸ ਤਰੀਕੇ ਕਰਦੇ ਸਨ ਗੱਲ। ਮੈਂ ਤੁਹਾਨੂੰ ਸਿਰਫ ਇਸ ਕਰਕੇ ਐਗਜ਼ਾਮਪਲ ਦੇਣਾ ਚਾਹੁੰਦੀ ਹਾਂ ਕਿ ਜਿੰਨੇ ਵੀ ਅੱਜ ਕੋਈ ਕੋਵਿਡ ਦੀ ਬਿਮਾਰੀ ਤੋਂ ਡਰੇ ਹੋਏ ਨੇ ਜਾਂ ਤਰਾਏ ਹੋਏ ਨੇ ਜਾਂ ਜਿਨ੍ਹਾਂ ਨੂੰ ਦਿਸ ਰਿਹਾ ਕਿ ਅਸੀਂ ਅੱਜ ਹੌਸਪੀਟਲ ਵਿੱਚ ਦਾਖਲ ਹਾਂ ਤੇ ਸੀਰੀਅਸ ਹਾਂ, ਉਹਨਾਂ ਨੂੰ ਮੇਰਾ ਖਿਆਲ ਹੈ ਇਹ ਸਾਡੀ ਇੱਕ ਮਾਂ, ਬਜ਼ੁਰਗ ਮਾਂ ਦੀ ਗੱਲ ਬੜੀ ਅਸਰਦਾਰ ਸਾਬਤ ਉਹਨਾਂ ਲਈ ਹੋਣ ਵਾਲੀ ਹੈ। ਕਿਉਂਕਿ ਉਸਨੇ ਇੱਕ ਵੀ ਪਲ ਅਜਿਹਾ ਨਹੀਂ ਸੀ ਕਿ ਉਹਨਾਂ ਦੇ ਕੋਲੋਂ ਲੰਘਦਿਆਂ ਤੁਹਾਨੂੰ ਪੋਜ਼ਿਟਿਵ ਐਨਰਜੀ ਨਾ ਫੀਲ ਹੁੰਦੀ ਹੋਵੇ। ਬਜਾਏ ਕਿ ਡਾਕਟਰ ਦੇ ਉਹ ਮੁਸਕਰਾ ਕੇ ਗੱਲ ਕਰਦੇ ਸਨ, ਤੁਹਾਡਾ ਪੁੱਤਰ ਕੀ ਹਾਲ ਹੈ। ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਕੋਈ ਮਰੀਜ਼ ਇਸ ਤਰ੍ਹਾਂ ਦੀ ਗੱਲ ਕਰੇ ਤਾਂ ਡਾਕਟਰ ਕਿੰਨਾ ਖੁਸ਼ ਮਹਿਸੂਸ ਹੁੰਦਾ ਕਿ ਮੈਨੂੰ ਵੀ ਕਿਸੇ ਨੇ ਮਾਂ ਬਣ ਕੇ ਪੁੱਛਿਆ। ਬੜਾ ਕਮਾਲ ਦਾ ਉੱਥੇ ਤੁਸੀਂ ਕੁਛ ਹੋਰ ਹੀ ਮਹਿਸੂਸ ਕਰਨ ਲੱਗ ਜਾਂਦੇ ਹੋ। ਬਿਲਕੁਲ। ਇਹ ਕਹਿਣਾ ਤੇ ਨਾਲ ਕਹਿਣਾ ਮੇਰੀ ਤਾਂ ਪਰਵਾਹ ਕਰਨਾ, ਮੈਂ ਤਾਂ ਰੱਬ ਨਾਲ ਨਾ ਅੱਡਾ ਹੀ ਲਾਇਆ ਹੋਇਆ, ਮੈਂ ਨਹੀਂ ਅਜੇ ਜਾਂਦੀ। ਜੇ ਮੈਂ ਉਹਨੂੰ ਮੈਂ ਤਾਂ ਭੁੱਲ ਗਈ ਹੋਈ ਹਾਂ ਮੇਰੇ ਅੰਦਰ ਕੀ ਬਿਮਾਰੀ ਹੈ, ਮੈਂ ਤਾਂ ਆਪਣੇ ਆਰੇ ਲੱਗੀ ਹਾਂ। ਮੈਂ ਤਾਂ ਇਹ ਕੰਮ ਕਰਨਾ। ਆ ਦੇਖ ਮੇਰੇ ਕੋਲ ਪਿਆ ਨਾ ਜਿਹੜਾ ਸਵੈਟਰ ਮੈਂ ਨਾਲ ਲਈ ਹਾਂ, ਮੈਂ ਬੁਣਨਾ, ਇਹ ਮੇਰੇ ਪੜਪੋਤਰੇ ਲਈ ਮੈਂ ਤਿਆਰ ਕਰ ਰਹੀ ਹਾਂ। ਸੋ ਮੈਂ ਤਾਂ ਅਜੇ ਮੇਰੀ ਪਰਵਾਹ ਨਾ ਕਰ, ਤੂੰ ਆਸ ਪਾਸ ਦੇਖ, ਮੈਂ ਤਾਂ ਚੜ੍ਹਦੀ ਕਲਾ 'ਚ ਹਾਂ, ਬਿਲਕੁਲ ਠੀਕ ਹਾਂ, ਮੈਨੂੰ ਕੋਈ ਤਕਲੀਫ ਨਹੀਂ। ਯਾਨੀ ਕਿ ਮਤਲਬ ਇਹ ਬਹੁਤ ਮੈਟਰ ਕਰਦਾ। ਜੇ ਤੁਸੀਂ ਮਤਲਬ ਮਨ ਤਗੜਾ ਰੱਖੋਗੇ ਤਾਂ ਕੋਈ ਬਿਮਾਰੀ ਤੁਹਾਨੂੰ ਕੁਛ ਨਹੀਂ ਕਰ ਸਕਦੀ, ਇਹ ਕਹਿ ਸਕਦੇ ਆਪਾਂ। ਬਿਲਕੁਲ, ਮੈਂ ਤੁਹਾਨੂੰ 100% ਦੱਸ ਰਹੀ ਹਾਂ ਕਿ ਉਸ ਸਾਰੇ ਵਾਰਡ ਵਿੱਚੋਂ ਉਹ ਇਕੱਲੇ ਸਨ ਜਿਹੜੇ ਤੰਦਰੁਸਤ ਹੋ ਕੇ ਵਾਪਸ ਗਏ। ਉਹਨਾਂ ਨੇ ਕਿਸੇ ਵੀ ਸਟੇਜ ਤੇ ਉਹਨਾਂ ਦੇ ਚਿਹਰੇ ਤੇ ਖੇੜਾ ਘਟਿਆ ਨਹੀਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਉਹਨਾਂ ਨੇ ਪੁੱਛਣਾ, ਠੀਕ ਹੋ, ਮੇਰੀ ਤਾਂ ਪਰਵਾਹ ਕਰੋ ਨਾ, ਮੈਂ ਤਾਂ ਬਿਲਕੁਲ ਠੀਕ ਹਾਂ। ਹੁਣ ਮੈਂ ਇੱਕ ਅਸਲ ਹੋਰ ਘਟਨਾ ਬਾਰੇ ਵੀ ਦੱਸਣਾ ਚਾਹੁੰਦੀ ਹਾਂ। ਜੋ 3 ਵੀਲਰ ਤੇ ਇੱਕ ਮੇਰਾ ਵੀਰ ਸੀ ਜਿਸਨੇ ਮਤਲਬ ਮੇਰੇ ਤਾਂ ਚਾਨਣਾ ਐਸਾ ਉਹਨੇ ਦਿੱਤਾ ਕਿ ਮੇਰਾ ਖਿਆਲ ਹੈ ਹੋਰਨਾਂ ਨੂੰ ਵੀ ਉਹ ਬਹੁਤ ਕੁਛ ਇਹਦੇ ਵਿੱਚੋਂ ਸਿੱਖਣ ਨੂੰ ਮਿਲੇਗਾ। ਉਹ 3 ਵੀਲਰ ਵਾਲਾ ਵੀਰ ਸੀ ਜਿਹੜਾ ਆਪਣਾ ਬੱਚਾ ਦਿਖਾਉਣ ਆਇਆ ਸੀ ਤੇ ਕਹਿਣ ਲੱਗਾ, ਮੈਂ ਆਪਣੀ ਮਾਂ ਨੂੰ
ਆਪ ਇਲਾਜ ਕਰਕੇ ਕਰੋਨਾ ਦਾ ਠੀਕ ਕੀਤਾ। ਤਾਂ ਮੈਨੂੰ ਲੱਗਿਆ ਕਿ ਮਾਈਲਡ ਬਿਮਾਰੀ ਹੋਣੀ ਹੈ। ਮੈਂ ਕਿਹਾ ਹਾਂਜੀ, ਬੜੇ ਠੀਕ ਹੋਏ ਨੇ ਘਰਾਂ ਦੇ ਵਿੱਚ, ਚੰਗੀ ਗੱਲ ਹੈ, ਸ਼ਾਬਾਸ਼ ਜੇ ਤੁਸੀਂ ਇੱਦਾਂ ਦਾ ਕੀਤਾ। ਨਹੀਂ, ਕਹਿੰਦਾ ਮੇਰਾ ਇਲਾਜ ਕੁਛ ਵੱਖ ਸੀ। ਮੈਂ ਕਿਹਾ ਕੀ ਇਲਾਜ ਕੀਤਾ ਤੁਸੀਂ ਕਿ ਸ਼ਾਇਦ ਸਾਰਿਆਂ ਦਾ ਭਲਾ ਹੋ ਜਾਏ, ਜਿਹੜੇ ਸੁਣ ਵੀ ਅੱਜ ਰਹੇ ਨੇ। ਮੈਨੂੰ ਲੱਗਦਾ ਜੇ ਉਹਨਾਂ ਨੂੰ ਵੀ ਉਹ ਇਲਾਜ ਪਹੁੰਚ ਜਾਵੇ ਤਾਂ ਇੱਕ ਰਾਮ ਬਾਣ ਅਸੀਂ ਕਹਿ ਸਕਦੇ ਹਾਂ ਉਸ ਇਲਾਜ ਨੂੰ, ਕਿਉਂਕਿ ਉਹਨੇ ਆਪਣੀ ਮਾਂ ਨੂੰ ਠੀਕ ਕੀਤਾ। ਮੈਂ ਸੋਚਿਆ ਘਰ ਦੇ ਵਿੱਚ ਸਨ, ਕਹਿੰਦਾ ਨਹੀਂ, ਉਹ ਹਸਪੀਟਲ ਦਾਖਲ ਸਨ ਤੇ ਸੀਰੀਅਸ ਸਨ। ਇਹਨੂੰ ਡਾਕਟਰ ਨੇ ਕਹਿ ਦਿੱਤਾ ਸੀ 6 ਘੰਟੇ ਹੀ ਸ਼ਾਇਦ ਬਚਣਗੇ, ਇਹਨਾਂ ਦੀ ਆਕਸੀਜਨ ਕੰਸਨਟ੍ਰੇਸ਼ਨ ਕਾਫੀ ਡਿੱਗ ਚੁੱਕੀ ਹੈ ਤੇ ਹੁਣ ਇਹ ਸ਼ਾਇਦ ਬਚਣ ਨਹੀਂ ਲੱਗੇ। ਇਹ ਉਹਨੂੰ ਸੁਨੇਹਾ ਦਿੱਤਾ ਗਿਆ ਸੀ। ਠੀਕ ਹੈ। ਤੇ ਮੈਂ ਕਿਹਾ ਫਿਰ ਤੂੰ ਕੀ ਇਲਾਜ ਕੀਤਾ? ਕਹਿੰਦਾ ਜੀ ਮੈਂ ਉਹਨਾਂ ਨੂੰ ਨਾ ਕਿਹਾ ਕਿ ਤੁਸੀਂ ਮੇਰੇ ਨਾਲ ਵੀਡੀਓ ਕਾਲ ਕਰੋ। ਵੀਡੀਓ ਕਾਲ ਕੀਤੀ ਤੇ ਉਹ ਕਾਫੀ ਔਖੇ ਸਨ, ਸਾਹ ਕਾਫੀ ਲੈ ਰਹੇ ਸਨ ਤੇ ਬੋਲਿਆ ਨਹੀਂ ਸੀ ਜਾ ਰਿਹਾ। ਤਾਂ ਮੈਂ ਇਹਨਾਂ ਨੂੰ ਕਿਹਾ ਤੁਸੀਂ ਬੋਲੋ ਨਾ, ਪਰ ਉਹਨਾਂ ਨੇ ਅੱਗੋਂ ਥੋੜਾ ਰੋਂਦੇ ਕਿਹਾ ਕਿ ਬਈ ਆਖਰੀ ਮੈਨੂੰ ਲੱਗਦਾ ਗੱਲ ਤੇਰੇ ਨਾਲ ਹੋ ਰਹੀ ਹੈ, ਹੁਣ ਗੱਲ ਨਹੀਂ ਹੋ ਸਕਣੀ। ਤੇ ਕਹਿੰਦੇ ਮੈਂ ਉਹਨੂੰ ਕਿਹਾ ਲੈ ਮੈਂ ਹੁਣ ਤਾਂ ਜੇ ਡਾਕਟਰ ਨਾਲ ਗੱਲ ਕਰਕੇ ਆਇਆ। ਉਹ ਕਹਿੰਦੇ ਜਿੰਨੇ ਉੱਥੇ ਪਏ ਨੇ ਸਭ ਤੋਂ ਵੱਧ ਤੰਦਰੁਸਤ ਇਹੀ ਨੇ ਤੇ ਪਰਸੋਂ ਨੂੰ ਤੁਸੀਂ ਛੁੱਟੀ ਕਰਾ ਕੇ ਘਰ ਲੈ ਜਾਣਾ। ਕਹਿੰਦੇ ਸੱਚੀ? ਕਹਿੰਦਾ ਹੋਰ ਕੀ, ਮੈਂ ਤਾਂ ਤੁਹਾਡੇ ਕਮਰੇ ਦੀਆਂ ਸਾਰੇ ਪਰਦੇ ਤੇ ਚਾਦਰਾਂ ਬਦਲ ਦਿੱਤੀਆਂ ਵੀ ਹੁਣ ਵਾਪਸ ਆਓਗੇ ਤੇ ਪਹਿਲਾਂ ਸਾਰੀ ਜਿਹੜੀ ਬਿਮਾਰੀ ਬਮੂਰੀ ਗਈ ਤੇ ਹੁਣ ਵਾਹਵਾ ਸੋਹਣੇ ਤਰੀਕੇ ਆਓਗੇ। ਤੇ ਇਸ ਗੱਲ ਨਾਲ ਉਹਨਾਂ ਦੀ ਜੋ ਵੀ ਫਰਕ ਪਿਆ ਹੋਣਾ ਕਿ ਉਹ ਤਾਂ ਇਸ ਉਮੀਦ ਚ ਸਨ ਕਿ ਹੁਣ 6 ਘੰਟੇ ਬਾਅਦ ਹੀ ਜਾਣਾ, ਪਰ ਸਵੇਰੇ ਜਦੋਂ ਡਰਦੇ ਮਾਰੇ ਉਹਨਾਂ ਨੇ ਦੁਬਾਰਾ ਫੋਨ ਕੀਤਾ ਤਾਂ ਉਹ ਪਹਿਲਾਂ ਨਾਲੋਂ ਬੈਟਰ ਹਾਲਤ ਵਿੱਚ ਸਨ। ਫਿਰ ਵੀਡੀਓ ਕਾਲ ਕੀਤੀ ਤਾਂ ਉਹਨਾਂ ਨੇ ਕਿਹਾ ਹਾਂ ਜੀ ਹੁਣ ਕਿਵੇਂ ਫੀਲ ਕਰ ਰਹੇ ਹੋ? ਕਹਿੰਦੇ ਮੈਂ ਕੱਲ੍ਹ ਤੋਂ ਕੁਝ ਬਿਹਤਰ ਮਹਿਸੂਸ ਕਰ ਰਹੀ ਹਾਂ। ਬਸ ਕਹਿੰਦੇ ਫਿਰ ਉਹਨੇ ਲਗਾਤਾਰ ਇਸੇ ਤਰ੍ਹਾਂ ਸਵੇਰੇ ਦੁਪਹਿਰੇ ਸ਼ਾਮ ਵੀਡੀਓ ਕਾਲ ਰਾਹੀਂ ਵੀ ਹੁਣ ਮੈਨੂੰ ਡਾਕਟਰ ਉਹਨਾਂ ਨੂੰ ਇਹੀ ਦੱਸ ਰਹੇ ਸਨ ਕਿ ਬਈ ਹਾਲਤ ਉਹੀ ਹੈ, ਚੱਲੇ ਕਿ ਚੱਲੇ ਕਿਸੇ ਵੀ ਮੂਵਮੈਂਟ ਤੇ। ਪਰ ਇਹ ਇਹੀ ਕਹੀ ਗਿਆ ਕਿ ਡਾਕਟਰ ਤਾਂ ਮੈਨੂੰ ਕਹਿ ਰਹੇ ਨੇ ਤਾਂ ਪਹਿਲਾਂ ਨਾਲੋਂ ਹੁਣ 200% ਠੀਕ ਹੋਏ ਪਏ ਨੇ, ਤੁਸੀਂ ਬਸ ਹੁਣ ਤਿਆਰੀ ਕਰੋ, ਬਿਲਕੁਲ ਠੀਕ ਠਾਕ ਹੋ। ਹੁਣ ਇਸ ਤਰ੍ਹਾਂ ਕਰਦੇ ਉਸ ਜਿਹੜੇ ਨਾ ਦੇ 6 ਘੰਟੇ ਦਿੱਤੇ ਗਏ ਸਨ, ਉਸਨੇ ਚੌਥੇ ਦਿਨ ਉਹਨਾਂ ਦੀ ਮਾਂ ਠੀਕ ਹੋ ਕੇ ਚੌਥੇ ਦਿਨ ਚ ਹੀ ਵਾਪਸ ਪਹੁੰਚ ਗਈ ਸੀ ਘਰ। ਦੇਖੋ ਇਹ ਚਮਤਕਾਰ ਹੀ ਕਹਿ ਸਕਦੇ ਵੀ ਆਪਣਿਆਂ ਦਾ ਹੌਸਲਾ, ਹਨਾ। ਬਿਲਕੁਲ। ਤੇ ਇਹ ਸਾਬਤ ਹੋਏ ਤੱਥ ਨੇ ਸਾਡੀਆਂ ਕਿਤਾਬਾਂ ਚ ਛਪ ਚੁੱਕਾ ਹੈ। ਰੀਅਸ਼ੋਰੈਂਸ ਮਤਲਬ ਪਰਵਾਹ ਨਾ ਕਰੋ, ਬਚ ਜਾਓਗੇ। ਯਾਨੀ ਇੱਕ ਅਟੁੱਟ ਵਿਸ਼ਵਾਸ ਕਿ ਮੇਰੇ ਨਾਲ ਕੋਈ ਹੈ, ਮੈਂ ਆਪਣੇ ਫਿਕਰ ਫਾਕੇ ਉਹਦੇ ਤੇ ਛੱਡੇ, ਮੈਂ ਠੀਕ ਹੋ ਜਾਣਾ। ਘਬਰਾਹਟ ਨਾ ਅਸੀਂ ਕਰੀਏ, ਪੈਨਿਕ ਨਾ ਕਰੀਏ, ਕਿਉਂਕਿ ਜਿਵੇਂ ਹੀ ਘਬਰਾਹਟ ਹੋਈ ਆਕਸੀਜਨ ਦੀ ਸਾਡਾ ਸਾਹ ਤੇਜ਼ ਹੁੰਦਾ, ਆਕਸੀਜਨ ਦੀ ਲੋੜ ਵੱਧਦੀ ਹੈ, ਸਾਡਾ ਪਲਸ ਆਕਸੀਮੀਟਰ ਦੱਸੇਗਾ ਘਟਿਆ ਤੇ ਅਸੀਂ ਚੰਗੇ ਬਿਲਕੁਲ ਨਾਰਮਲ ਬੈਠੇ ਸਿਰਫ ਤਣਾਅ ਦੇ ਨਾਲ ਸਕਿੰਟਾਂ ਚ ਤੁਰੇ ਜਾਂਦੇ ਵੇਖੇ ਘਬਰਾਹਟ ਦੇ ਨਾਲ। ਤੇ ਡਾਕਟਰ ਸਾਹਿਬ ਇਹ ਤਣਾਅ ਦਾ, ਇੰਨੇ ਪੈਨਿਕ ਦਾ ਕਾਰਨ ਕੀ ਹੈ? ਕੀ ਸਾਡੇ ਆਲੇ ਦੁਆਲੇ ਸੁਰੱਖਿਅਤ ਮਾਹੌਲ ਨਹੀਂ ਹੈ, ਸਾਡਾ ਸਿਹਤ ਪ੍ਰਬੰਧ ਸਹੀ ਨਹੀਂ ਹੈ? ਇਹ ਕਾਰਨ ਨੇ ਕਿ ਇੰਨੇ ਲੋਕ ਪੈਨਿਕ ਵਿੱਚ ਆ ਰਹੇ ਨੇ ਕਿ ਪਲ ਦੇ ਵਿੱਚ ਮੌਤ ਹੋ ਰਹੀ ਹੈ। ਦੇਖੋ ਜਦੋਂ ਅਸੀਂ ਸਾਰਾ ਦਿਨ ਇਹੋ ਜਿਹੇ ਹਾਲਾਤ ਵੇਖਦੇ ਹਾਂ ਕਿ ਟੀਵੀ ਔਨ ਕੀਤੀ ਤਾਂ ਸਿੱਧਾ ਪਹਿਲੀ ਚੀਜ਼ ਆਉਂਦੀ ਜੇ ਇੰਨੀਆਂ ਲਾਸ਼ਾਂ, ਇੰਨੀਆਂ ਮੌਤਾਂ। ਫਿਰ ਅਗਲੇ ਪਲ ਆਉਂਦਾ ਆਕਸੀਜਨ ਤੋਂ ਬਗੈਰ ਤੜਫਦੇ ਲੋਕ। ਤੀਜੇ ਪਲ ਉਹ ਸਾਨੂੰ ਦਿਖਾਇਆ ਜਾਂਦਾ ਕ੍ਰੀਮੇਟੋਰੀਅਮ ਦੇ ਵਿੱਚ ਢੇਰ ਲੱਗੇ, ਲਾਈਨਾਂ ਲੱਗੀਆਂ ਹੋਈਆਂ। ਜਦੋਂ ਇਹੋ ਜਿਹੇ ਮਾਹੌਲ ਵਿੱਚ ਅਸੀਂ ਲਗਾਤਾਰ ਤੇ ਆਪ ਵੀ ਹੋਇਆ ਹੋਵੇ ਤਾਂ ਕੋਈ ਵੀ ਨਾਰਮਲ ਇਨਸਾਨ ਚੜ੍ਹਦੀ ਕਲਾ ਵਿੱਚ ਰਹਿ ਹੀ ਨਹੀਂ ਸਕਦਾ। ਪਰ ਸਿਹਤ ਪ੍ਰਬੰਧਾਂ ਤੇ ਵੀ ਤਾਂ ਜਿਹੜੀ ਉਹ ਸਵਾਲ ਉੱਠਦੇ ਆ ਨਾ ਡਾਕਟਰ ਸਾਹਿਬ, ਆਕਸੀਜਨ ਨਹੀਂ ਹੈਗੀ ਜਾਂ ਕਿਤੇ ਬੈੱਡ ਨਹੀਂ ਹੈਗੇ, ਇਹ ਵੀ ਬਹੁਤ ਮੈਟਰ ਕਰਦਾ ਹੈ ਕਿ ਲੋਕਾਂ ਨੂੰ ਵਿਸ਼ਵਾਸ ਹੀ ਨਹੀਂ ਵੀ ਸਾਡਾ ਇਲਾਜ ਹੋਊਗਾ ਕਿ ਨਹੀਂ ਹੋਊਗਾ, ਡਰ ਜਾਂਦੇ ਨੇ। ਬਿਲਕੁਲ, ਮੈਂ ਉਹੀ ਦੱਸਣਾ ਚਾਹੁੰਦੀ ਹਾਂ ਕਿਉਂਕਿ ਹਰਸ਼ਰਨ ਤੁਹਾਨੂੰ ਸੁਣਦੇ ਬਹੁਤ ਦੁਨੀਆ ਦੇ ਹਰ ਕੋਨੇ ਵਿੱਚ ਤੁਹਾਨੂੰ ਸੁਣਿਆ ਜਾਂਦਾ ਤੇ ਇਹੋ ਕਹਿਣਾ ਚਾਹੁੰਦੀ ਹਾਂ, ਦੇਖੋ 100 ਚੋਂ 85 ਜਣਿਆਂ ਨੂੰ ਇਹ ਬਿਮਾਰੀ ਨਹੀਂ ਹੋਣੀ, ਬਹੁਤ ਮਾਈਲਡ ਹੋਣੀ ਹੈ, ਜਿਹਦੇ ਲਈ ਹਸਪਤਾਲ ਜਾਣ ਦੀ ਲੋੜ ਹੀ ਨਹੀਂ ਹੈ। ਸਿਰਫ ਕਰੋਨਾ ਨਾਮ ਦਹਿਸ਼ਤ ਐਸੀ ਹੋ ਚੁੱਕੀ ਹੈ ਸਾਨੂੰ ਕਿ ਅਸੀਂ ਸਿੱਧਾ ਹਸਪੀਟਲ ਦੌੜਦੇ ਹਾਂ। ਰੱਬ ਦਾ ਵਾਸਤਾ ਹੱਥ ਜੁੜਵਾਓ, ਤੁਹਾਨੂੰ ਹਸਪੀਟਲ ਆਉਣ ਦੀ ਲੋੜ ਨਹੀਂ ਹੈ। ਤੁਸੀਂ ਸਿਰਫ ਨਾਰਮਲ ਘਰ ਦੇ ਵਿੱਚ ਤੁਸੀਂ ਜਿਵੇਂ ਮੈਂ ਆਪਾਂ ਪਿਛਲੇ ਪ੍ਰੋਗਰਾਮ 'ਚ ਦੱਸਿਆ ਸੀ, ਆਪਣੇ ਆਪ ਨੂੰ ਸਹਿਜ ਰੱਖੋ, ਰੱਬ ਦਾ ਸ਼ੁਕਰ ਕਰੋ, ਨਾਰਮਲ ਡਾਈਟ ਲਓ ਤੇ ਕੋਸ਼ਿਸ਼ ਕਰੋ ਸਵੇਰ ਦੀ ਤਾਜ਼ੀ ਹਵਾ ਲਓ, ਨਾਰਮਲ ਤਰੀਕੇ ਸੇ ਵਾਕ ਕਰੋ ਤੇ ਜੇ ਲੱਗੇ ਆਕਸੀਜਨ ਦੀ ਕੁਛ ਘਾਟ ਹੋਈ ਹੈ ਪੁੱਠੇ ਲੇਟ ਜਾਓ ਜਾਂ ਸਾਈਡ ਤੇ ਲੇਟ ਜਾਓ। ਪ੍ਰੋਨਿੰਗ ਕਹਿੰਦੇ ਆ ਤੁਸੀਂ, ਜਿਸ ਨਾਲ
ਛੇਤੀ ਤੁਹਾਡਾ ਉਹ ਫੇਫੜਿਆਂ ਦਾ ਹੇਠਲਾ ਹਿੱਸਾ ਵੀ ਖੁੱਲ ਕੇ ਤੁਹਾਡੀ ਆਕਸੀਜਨ ਕੰਸੈਂਟਰੇਸ਼ਨ ਵਧਾ ਦਿੰਦਾ। ਤਣਾਅ ਦੀ ਲੋੜ ਨਹੀਂ ਹੈ। ਸ਼ੁਕਰ ਕਰੋ ਰੱਬ ਦਾ, ਚੜ੍ਹਦੀ ਕਲਾ 'ਚ ਰਹੋ ਕਿ ਅੱਜ ਤੱਕ ਤੂੰ ਠੀਕ ਰੱਖਿਆ। ਹੇ ਰੱਬਾ, ਅੱਗੋਂ ਵੀ ਮੈਂ ਠੀਕ ਰਹਿਣ ਵਾਲੀ ਹਾਂ, ਮੈਂ ਕਿਸੇ ਦਾ ਕੁਛ ਮਾੜਾ ਨਹੀਂ ਕੀਤਾ। ਤਾਂ ਅੱਗੋਂ ਖੜੇ ਹੋ ਕੇ ਹੋਰ ਲੋਕਾਂ ਦੀ ਮਦਦ ਕਰਨੀ ਹੈ। ਸੋ ਤੁਹਾਨੂੰ ਨਵੀਂ ਸਫੂਰਤੀ ਅੰਦਰੋਂ ਮਹਿਸੂਸ ਹੁੰਦੀ ਹੈ, ਨਵੀਂ ਊਰਜਾ ਪੈਦਾ ਹੁੰਦੀ ਹੈ, ਪੋਜ਼ਿਟਿਵਿਟੀ ਜਿਹੜੀ ਤੁਹਾਡੇ ਚੰਗੇ ਹਾਰਮੋਨ ਵਧਾ ਦਿੰਦੀ ਹੈ, ਤੁਹਾਡੀ ਸੈੱਲਾਂ ਦੀ ਟੁੱਟ ਫੁੱਟ ਘਟਾਉਂਦੀ ਹੈ, ਤੁਹਾਡੀ ਇਮਿਊਨਿਟੀ ਤੇਜ਼ ਕਰ ਦਿੰਦੀ ਹੈ, ਸਿਰਫ ਤੁਹਾਡੀ ਆਪਣੀ ਚੜ੍ਹਦੀ ਕਲਾ। ਤੇ ਡਾਕਟਰ ਸਾਹਿਬ, ਜਿਵੇਂ ਤੁਸੀਂ ਹੁਣੇ ਦੱਸਿਆ ਹੈਗਾ ਕਿ ਘਰ ਦੇ ਵਿੱਚ ਹੀ ਰਹੋ, ਤੇ ਇੱਕ ਪਿਛਲੇ ਦਿਨੀ ਸਿਹਤ ਮੰਤਰਾਲੇ ਨੇ ਵੀ ਕਿਹਾ ਸੀਗਾ ਵੀ ਜੇ ਤੁਹਾਨੂੰ ਬੁਖਾਰ ਹੁੰਦਾ, ਬੁਖਾਰ ਤਾਂ ਜਦੋਂ ਦਾ ਇਨਸਾਨ ਜੰਮਦਾ ਉਦੋਂ ਤੋਂ ਬੁਖਾਰ, ਖੰਘ ਜ਼ੁਕਾਮ ਹੈ, ਪਰ ਹੁਣ ਲੋਕ ਡਰ ਰਹੇ ਨੇ ਵੀ ਜੇ ਬੁਖਾਰ ਹੋ ਗਿਆ ਪਤਾ ਨਹੀਂ ਕਰੋਨਾ ਹੀ ਹੋ ਗਿਆ। ਤਾਂ ਉਹਨਾਂ ਨੇ, ਸਿਹਤ ਮੰਤਰਾਲੇ ਨੇ ਇਹ ਕਿਹਾ ਕਿ 650 mg ਦੀ ਜਿਹੜੀ ਪੈਰਾਸੀਟਾਮੋਲ ਹੈ ਉਹ 4 ਵਾਰ ਤੁਸੀਂ ਲਓ। ਜੇ ਫਿਰ ਵੀ ਬੁਖਾਰ ਨਹੀਂ ਘਟਦਾ ਫਿਰ ਤੁਸੀਂ ਡਾਕਟਰ ਕੋਲ ਜਾਓ। ਤਾਂ ਤੁਸੀਂ ਕੀ ਕਹਿਣਾ ਚਾਹੋਗੇ, ਇਹੋ ਜਿਹੇ ਕੀ ਲੋਕਾਂ ਨੂੰ ਥੋੜਾ ਜਿਹਾ ਦੱਸਣਾ ਚਾਹੋਗੇ ਕਿਹੜੀ ਦਵਾਈ ਲੈਣੀ ਹੈ? ਕਿਉਂਕਿ ਬੁਖਾਰ ਸਭ ਨੂੰ ਹੁੰਦਾ, ਹਰ ਇਨਸਾਨ ਨੂੰ ਹੋ ਹੀ ਜਾਂਦਾ ਹੈ ਜਦੋਂ ਮੌਸਮ ਬਦਲਦਾ। ਜੀ ਬਿਲਕੁਲ, ਇਹ ਆਮ ਖੰਘ ਜ਼ੁਕਾਮ ਦਾ ਵੀ ਅੱਜ ਕੱਲ੍ਹ ਸੀਜ਼ਨ ਹੈ। ਸੋ ਸਾਰਿਆਂ ਨੇ ਖੰਬਾਇਆ ਪਿਆ, ਕੋਈ ਨਿੱਛ ਮਾਰ ਦੇਵੇ ਜਾਂ ਇੱਕ ਵਾਰ ਖੰਘ ਦੇਵੇ ਤਾਂ ਸਾਰੇ ਅੰਦਰ ਤੱਕ ਕੰਬ ਜਾਂਦੇ ਨੇ। ਕਿਹਨੇ ਜਕੜ ਲਿਆ? ਬੰਬ ਬਲਾਸਟ ਤੋਂ ਵੱਧ ਖਤਰਨਾਕ ਜੇ ਇੱਕ ਖੰਘ ਆਉਣੀ ਜਾਂ ਇੱਕ ਨਿੱਛ ਆਉਣੀ। ਲੋਕੀ ਏਦਾਂ ਦੇਖਦੇ ਨੇ ਭੈੜੀਆਂ ਨਜ਼ਰਾਂ ਨਾਲ ਵੀ ਇਹਨੂੰ ਕਿਤੇ ਕਰੋਨਾ ਤਾਂ ਨਹੀਂ। ਤੇ ਉਹ 6 ਫੁੱਟ ਪਰਾਂ ਵੀ ਦੌੜ ਕੇ ਹੋ ਜਾਂਦੇ ਨੇ। ਸੋ ਮੇਰੀ ਬੇਨਤੀ ਫਿਰ ਉਹੀ ਰਹਿਣੀ ਹੈ, ਚੜ੍ਹਦੀ ਕਲਾ 'ਚ ਰਹੋ। ਕਿਉਂਕਿ ਦੇਖੋ, ਅਸੀਂ ਜੋ ਆਉਣੀ, ਜੇ ਉਹ ਤਾਂ ਸੱਚਾਈ ਹੈ, ਮੌਤ ਉਹ ਨਹੀਂ ਟਲ ਸਕਦੀ, ਸਾਡੇ ਕਿਤੇ ਭੱਜ ਜਾਣ ਨਾਲ ਵੀ ਨਹੀਂ ਟਲਣੀ। ਪਰ ਉਸ ਦਿਨ ਪਿੱਛੇ ਹਰ ਰੋਜ਼ ਮਰਨਾ ਠੀਕ ਨਹੀਂ ਹੈ। ਜਦੋਂ ਉਹਨੇ ਆਉਣਾ ਹੀ ਹੈ, ਉਦੋਂ ਤੱਕ ਆਪਾਂ ਜੀ ਲਈਏ। ਸੋ ਇਹਨੂੰ, ਜਿਸ ਦਿਨ ਤੁਸੀਂ ਆਮ ਖੰਘ ਜ਼ੁਕਾਮ ਸੋਚ ਕੇ ਬੁਖਾਰ ਲਈ ਲਗਾਤਾਰ ਦਵਾਈ ਲੈ ਲਵੋ, ਕੁਛ ਵੀ ਹੋਰ ਲੈਣ ਦੀ ਲੋੜ ਨਹੀਂ। ਜੇ ਤੁਹਾਨੂੰ ਨਹੀਂ ਤਸੱਲੀ ਜੀ ਮੈਂ ਇਮਿਊਨਿਟੀ ਲਈ ਜ਼ਰੂਰ ਹੀ ਕੁਛ ਖਾਣਾ ਜਿਸਨੇ 14 ਦਿਨ ਬਾਅਦ ਅਸਰ ਕਰਨਾ, ਤੁਸੀਂ ਬੇਸ਼ੱਕ ਉਹ ਵੀ ਖਾਓ। ਜੇ ਤੁਹਾਨੂੰ ਲੱਗਦਾ ਤਸੱਲੀ ਉਹਦੇ ਨਾਲ ਮਹਿਸੂਸ ਹੁੰਦੀ ਹੈ ਮੈਂ ਕੁਝ ਖਾ ਲਿਆ, ਪਰ ਵਾਧੂ ਦਵਾਈਆਂ, ਸਟੀਰੋਇਡਸ, ਰੈਮਡੈਸਿਵਿਰ, ਇਹਦੇ ਮਗਰ ਨਾ ਪਾਗਲ ਹੋਈ ਜਾਈਏ। ਆਪਾਂ ਥੋੜਾ ਜਿਹਾ ਪੈਨਿਕ ਘਟਾ ਲਈਏ ਤਾਂ ਅਸੀਂ ਇਹ ਸੱਚਮੁੱਚ ਸਿਰਫ 5% ਨੂੰ ICU ਦੀ ਲੋੜ ਹੁੰਦੀ, ਜੇ ਸਿਰਫ 5% ਨੂੰ, ਤੇ ਬਾਕੀਆਂ ਨੂੰ ਲੋੜ ਹੀ ਨਹੀਂ ਹੈ। ਸੋ ਆਪਾਂ, ਮੇਰਾ ਖਿਆਲ ਹੈ, ਪੈਨਿਕ ਘਟਾਈਏ। ਤੇ ਇੱਕ ਬੜਾ ਤਗੜਾ ਸੁਨੇਹਾ ਮੈਂ ਸਿਰਫ ਇਹ ਪ੍ਰੋਗਰਾਮ ਰਾਹੀਂ ਉਹਨਾਂ ਨੂੰ ਦੇਣਾ ਚਾਹੁੰਦੀ ਹਾਂ ਜਿਹੜੇ ਅੱਜ ਆਪਣਾ ਕਿਰਦਾਰ ਬੜਾ ਸਾਹਮਣੇ ਸਭ ਦੇ ਲਿਆ ਰਹੇ ਨੇ ਕਿ ਮੈਂ 600 ਦਾ ਸਿਲੰਡਰ 32,000 ਵਿੱਚ ਵੇਚ ਲਿਆ। ਮੈਂ ਅੱਜ ਆਕਸੀਜਨ ਦੀ ਚਾਬੀ ਸਿਰਫ ਖੋਲਣ ਵਾਲੀ ਜੋ ਕਿ ਸੀਗੀ 50 ਰੁਪਏ ਦੀ, ਮੈਂ 5,000 ਦੀ ਵੇਚ ਲਈ। ਮੈਂ ਰੈਮਡੈਸਿਵਿਰ ਜੋ ਕਿ ਸਿਰਫ 1000 ਰੁਪਏ ਦਾ ਟੀਕਾ ਸੀ, ਮੈਂ ਅੱਜ ਉਹਨੂੰ 52,000 ਜਾਂ 1.5 ਲੱਖ ਦਾ ਵੇਚ ਲਿਆ। ਉਹ ਭਲੇ ਮਾਨਸੋ ਇੱਧਰ ਵੀ ਝਾਤ ਮਾਰ ਲਓ, ਇਹ 1.5 ਲੱਖ ਇੱਥੇ ਹੀ ਰਹਿਣਾ ਜੇ, ਇਹ ਨਾਲ ਨਹੀਂ ਜਾ ਸਕਦਾ। ਫਿਰ ਲਹੂ ਚੂਸ ਕੇ ਜਿਹੜਾ ਲਿਆ ਹੋਏਗਾ ਉਹ ਤੇ ਕਦੇ ਹੀ ਨਾਲ ਨਹੀਂ ਜਾਣਾ, ਪਰ ਉਹ ਪੂਰੇ ਟੱਬਰ ਨੂੰ ਭਰਨਾ ਪੈਣਾ ਜੇ। ਸੋ ਅੱਜ ਦੇ ਉਹ ਵੀ ਇਹੋ ਜਿਹੇ ਸਮੇਂ ਦੇ ਵਿੱਚ ਬਹੁਤ ਹੀ ਸ਼ਰਮਨਾਕ ਹੈ। ਬਿਲਕੁਲ। ਸੋ ਇਹ ਸਾਡੇ ਕਿਰਦਾਰ ਸਾਹਮਣੇ ਆ ਰਹੇ ਨੇ, ਇਹਨਾਂ ਦਾ ਜ਼ਰੂਰ ਸਾਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਕਿ ਇਹੋ ਜਿਹੇ ਹਾਲ ਵਿੱਚ। ਇਹਦੇ ਦੂਜੇ ਪਾਸੇ ਮੈਂ ਧੰਨਵਾਦ ਕਰਦੀ ਹਾਂ ਬੇਅੰਤ NRI ਵੀਰ ਨੇ, ਅਲੱਗ-ਅਲੱਗ ਪਾਸਿਓਂ ਜਿਹੜੇ ਬਾਹਰੋਂ ਮਦਦ ਭੇਜ ਰਹੇ ਨੇ ਧੜਾ ਧੜ ਇੱਥੇ। ਕੋਈ ਯਾਨੀ ਕਿਸੇ ਹੀ ਤਰ੍ਹਾਂ ਦੀ ਉਹਨਾਂ ਨੂੰ ਲੱਗਦਾ ਕਿ ਸਾਡੇ ਪੰਜਾਬ ਅੰਦਰ ਸਾਡੇ ਹੀ ਵੀਰ ਭੈਣ ਕੋਈ ਤੁਰ ਚੱਲੇ ਨੇ, ਉਹਨਾਂ ਨੂੰ ਕੁਝ ਵੀ ਜੋ ਅਸੀਂ ਦੇ ਸਕਦੇ ਹੋਈਏ, ਕਿਵੇਂ ਵੀ ਬਚਾ ਸਕਦੇ ਹੋਈਏ। ਸੋ ਇਹ ਸਹੀ ਮਾਇਨਿਆਂ ਵਿੱਚ ਜਿਸ ਧਰਤੀ ਦੇ ਇੱਥੋਂ ਗਏ ਸਨ, ਉਹਨਾਂ ਨਾਲ ਉਹਨਾਂ ਦਾ ਜੁੜਿਆ ਜੋ ਅਜੇ ਤੱਕ ਕਹਿ ਸਕਦੇ ਹਾਂ ਅੰਬਲਾਈਕਲ ਕਾਰਡ ਜਿਵੇਂ ਮਾਂ ਦੇ ਢਿੱਡ ਚੋਂ ਨਿਕਲਣ ਲੱਗਿਆ ਹੁੰਦੀ, ਜੇ ਉਹੀ ਉਹਨਾਂ ਦੀ ਸਾਂਝ ਅੱਜ ਵੀ ਇੱਥੇ ਹੈ। ਤੇ ਉਹ ਵੀਰ ਭੈਣ ਤੜਫਦੇ ਪਏ ਨੇ ਉੱਥੇ, ਇੱਕ ਨਹੀਂ ਹਰ ਥਾਂ ਤੋਂ। ਤੁਹਾਡੇ ਪ੍ਰੋਗਰਾਮ ਤੋਂ ਬਾਅਦ ਵੀ ਫੋਨ ਆਉਂਦੇ ਨੇ, ਅਸੀਂ ਕੀ ਮਦਦ ਕਰੀਏ। ਸੋ ਜਿਉਂਦੇ ਵਸਦੇ ਰਹਿਣ। ਮੈਂ ਤਾਂ ਸਿਰਫ ਦੁਆਵਾਂ ਉਹਨਾਂ ਨੂੰ ਦੇ ਸਕਦੀ ਹਾਂ ਜਿਹੜੇ ਅੱਜ ਵੀ ਪੰਜਾਬ ਲਈ ਤੜਫ ਰਹੇ ਨੇ। ਪਰ ਲਾਹਨਤ ਉਹਨਾਂ ਤੇ ਜਿਹੜੇ ਉਹਨਾਂ ਤੋਂ ਪੈਸੇ ਇਸ ਤਰ੍ਹਾਂ ਪਹੁੰਚਾ ਕੇ ਵੀ ਖੁਰਦ ਬੁਰਦ ਕਰੀ ਜਾ ਰਹੇ ਨੇ। ਰੱਬ ਉਹਨਾਂ ਦਾ ਵੀ ਭਲਾ ਹੀ ਕਰੇ, ਉਹਨਾਂ ਨੂੰ ਸਮੱਤ ਬਖਸ਼ੇ। ਇਹੋ ਜਿਹੇ ਸਮੇਂ 'ਚ ਵੀ ਆਪਣੇ ਘਰ ਭਰ ਰਹੇ ਨੇ। ਸੋ ਡਾਕਟਰ ਸਾਹਿਬ, ਜਿਵੇਂ ਤੁਸੀਂ ਹੁਣੇ ਕਿਹਾ ਸੀ, ਇੱਕ ਸਵਾਲ ਮੈਂ ਤੁਹਾਨੂੰ ਜਾਂਦੇ ਜਾਂਦੇ ਪੁੱਛਾਂਗੀ ਜ਼ਰੂਰ, ਕਿ ਤੁਸੀਂ ਕਿਹਾ ਸੀ ਕਿ ਚੜ੍ਹਦੀ ਕਲਾ ਜਿਹੜੀ ਹੈਗੀ ਆ, ਪੋਜ਼ਿਟਿਵਿਟੀ ਹੈ, ਉਹਦੇ ਵਿੱਚ ਜੋ ਤੁਸੀਂ ਰਹਿੰਦੇ ਹੋ, ਹਰ ਬਿਮਾਰੀ ਨੂੰ ਤੁਸੀਂ ਜਿੱਤ ਸਕਦੇ ਹੋ। ਪਰ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਇਹ ਵੇਵ ਹੈ ਜਿਹੜੀ ਬਹੁਤ ਹੀ ਖਤਰਨਾਕ ਹੈ। ਜੇ ਅਸੀਂ ਕਹਿੰਦੇ ਹਾਂ ਕਿ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੈ, ਤਾਂ ਲੋਕ ਚੜ੍ਹਦੀ ਕਲਾ ਤੇ ਲਾਪਰਵਾਹੀ ਦੋਨਾਂ ਨੂੰ ਮਿਕਸ ਕਰ ਜਾਂਦੇ ਨੇ ਕਿ ਹਾਂਜੀ ਅਸੀਂ ਤਾਂ ਬਾਹਰ ਘੁੰਮਾਂਗੇ, ਠੀਕ ਹੈ, ਅਸੀਂ ਬਾਹਰ ਏਦਾਂ ਮਾਸਕ ਤੋਂ ਬਿਨਾਂ ਜਾਣਾ ਸ਼ੁਰੂ ਕਰ ਦਿੰਦੇ ਹਾਂ ਕਿ ਸਾਨੂੰ ਕੁਛ ਨਹੀਂ ਹੁੰਦਾ।
ਇਹਨੂੰ ਥੋੜਾ ਜਿਹਾ ਡਿਫਰੈਂਸ਼ੀਏਟ ਜ਼ਰੂਰ ਕਰ ਦਿਓ ਤੁਸੀਂ ਕਿ ਕੀ ਇਹ ਵੇਵ ਇੰਨੀ ਜ਼ਿਆਦਾ ਖਤਰਨਾਕ ਹੈ ਕਿ ਆਪਾਂ ਨੂੰ ਬਹੁਤ ਜਿਹੜਾ ਇਹਦੀ ਸੰਭਾਲ ਰੱਖਣੀ ਚਾਹੀਦੀ ਹੈ, ਇਹ ਤੁਸੀਂ ਥੋੜਾ ਜਿਹਾ ਦੱਸ ਦਿਓ। ਬਿਲਕੁਲ, ਮੈਂ ਫਿਰ ਬੇਨਤੀ ਕਰਾਂਗੀ ਹਰ ਕਿਸੇ ਤੇ ਕਿ ਜੇ ਅਸੀਂ ICU ਵਿੱਚ ਪਹੁੰਚ ਕੇ ਉਹ ਵਾਲਾ ਮਾਸਕ ਨਹੀਂ ਲਾਉਣਾ ਚਾਹੁੰਦੇ ਤੇ ਆਖਰੀ ਵਿਦਾਈ ਨਹੀਂ ਲੈਣਾ ਚਾਹੁੰਦੇ ਤਾਂ ਰੱਬ ਦਾ ਵਾਸਤਾ ਜੇ ਤੁਸੀਂ ਆਪਣੇ ਤੇ ਆਪਣਿਆਂ ਦਾ ਹੀ ਖਿਆਲ ਜੇ ਰੱਖਣਾ ਜੇ। ਮਾਸਕ ਸਿਰਫ ਤੁਹਾਨੂੰ ਨਾ ਜ਼ਿੰਦਗੀ ਤੁਹਾਨੂੰ ਦੇ ਰਿਹਾ ਹੈ ਬਲਕਿ ਸਾਰੇ ਟੱਬਰ ਨੂੰ, ਤੁਹਾਡੇ ਆਸ-ਪਾਸ ਰਿਸ਼ਤੇਦਾਰੀ, ਦੋਸਤਾਂ ਨੂੰ, ਸਭ ਨੂੰ ਜ਼ਿੰਦਗੀ ਦੇ ਰਿਹਾ ਹੈ। ਸੋ ਮਾਸਕ ਜ਼ਰੂਰ ਪਾ ਕੇ ਰੱਖੋ। ਇਹਦੇ ਨਾਲ ਬਹੁਤ ਇੰਪੋਰਟੈਂਟ ਗੱਲ ਦੱਸਦੇ ਹਾਂ, 1918 ਵਿੱਚ ਸਪੈਨਿਸ਼ ਫਲੂ ਨੇ ਇਸੇ ਤਰ੍ਹਾਂ ਮਹਾਂਮਾਰੀ ਬਲਕਿ ਇਸ ਤੋਂ ਵੀ ਵੱਧ ਮੌਤਾਂ ਹੋਈਆਂ ਸਨ। ਉਹਨਾਂ ਕੋਲ ਨਾ ਤਾਂ ਕੋਈ ਟੀਕੇ ਸਨ, ਨਾ ਦਵਾਈਆਂ ਸਨ, ਨਾ ਕੋਈ ਇਹੋ ਜਿਹੇ ਟੈਸਟ ਸਨ ਜਿਹੜੇ ਸਾਡੇ ਕੋਲ ਸਭ ਪਹੁੰਚ ਚੁੱਕੇ। ਪਤਾ ਜੇ ਜਿੱਤੇ ਸਨ ਕੁੱਲ ਦੋ ਚੀਜ਼ਾਂ ਕੀਤੀਆਂ ਸੀ। ਹਰ ਇੱਕ ਨੇ ਮਾਸਕ ਪਾਇਆ, ਹਰ ਇੱਕ ਜਣੇ ਨੇ ਆਪਣੇ ਆਪ ਨੂੰ ਆਈਸੋਲੇਟ ਕੀਤਾ, ਘਰਾਂ ਵਿੱਚ ਰਹੇ ਤੇ ਉਹ ਬਿਮਾਰੀ ਅਖੀਰ ਖਤਮ ਹੋ ਗਈ ਇਸ ਦੁਨੀਆ ਤੋਂ। ਪਰ ਅਸੀਂ ਅੱਜ ਪੜ੍ਹੇ ਲਿਖੇ ਹੁੰਦਿਆਂ ਹੋਇਆਂ ਮਾਰਸ ਤੱਕ ਪਹੁੰਚ ਚੁੱਕੇ ਵਿਗਿਆਨਕ ਤਰੱਕੀ ਦੇ ਨਾਲ ਕਿ ਇੰਨੀ ਵੀ ਗੱਲ ਨਹੀਂ ਸਮਝ ਸਕਦੇ ਕਿ ਮਾਸਕ ਠੋਡੀ ਤੇ ਨਹੀਂ ਨੱਕ ਤੇ ਪਾਉਣਾ ਤੇ ਆਪਣੇ ਆਪ ਨੂੰ ਬਚਾਉਣ ਲਈ ਲਾਣਾ ਤੇ ਘਰਾਂ ਵਿੱਚ ਰਹੀਏ, ਕਿਉਂ ਬੇਲੋੜਾ ਬਾਹਰ ਨਿਕਲ ਰਹੇ ਆ। ਸਿਰਫ ਦੋ ਚੀਜ਼ਾਂ ਤੇ ਦੂਜੇ ਪਾਸੇ ਜ਼ਿੰਦਗੀ ਮੁਸਕਰਾਉਂਦੀ ਖੜੀ ਮਿਲੇਗੀ। ਕੋਈ ਐਡੀ ਵੱਡੀ ਵੀ ਗੱਲ ਨਹੀਂ ਕਿ ਅਸੀਂ ਨਾ ਕਰ ਸਕਦੇ ਹੋਈਏ। ਬੜੀ ਮੇਰੀ ਦੋਵੇਂ ਹੱਥ ਜੋੜ ਬੇਨਤੀ ਹੈ ਕਿ ਆਪਣੇ ਲਈ ਤੇ ਪੂਰੀ ਮਨੁੱਖਤਾ ਲਈ ਮਾਸਕ ਪਾਓ ਤੇ ਬੇਲੋੜਾ ਬਾਹਰ ਨਾ ਨਿਕਲੋ ਤਾਂ ਅਸੀਂ ਕਰੋਨਾ ਨਾਲ ਇਹ ਜੋ ਜੰਗ ਵਿੱਢੀਏ, ਇਸ ਜੰਗ ਨੂੰ ਸ਼ਰਤੀਆ ਜਿੱਤ ਲਵਾਂਗੇ। ਜੀ ਸੋ ਡਾਕਟਰ ਸਾਹਿਬ, ਮੈਂ ਤੁਹਾਡਾ ਨਿੱਜੀ ਵਿਊ ਜ਼ਰੂਰ ਲੈਣਾ ਚਾਹਾਂਗੀ। ਜਿਵੇਂ ਅਮਰੀਕਾ ਦੇ ਜਿਹੜੇ ਹੈਗੇ ਨੇ ਸਿਹਤ ਮਾਹਿਰ ਨੇ, ਮਹਾਂਮਾਰੀ ਮਾਹਿਰ ਡਾਕਟਰ ਐਂਥਨੀ ਫਾਊਚੀ, ਉਹਨਾਂ ਨੇ ਭਾਰਤ ਨੂੰ ਸਲਾਹ ਦਿੱਤੀ ਹੈ ਵੀ ਲੋਕਡਾਊਨ ਲਾ ਦਿਓ ਕੁਛ ਹਫ਼ਤਿਆਂ ਦਾ ਤਾਂ ਕਿ ਇਹ ਜਿਹੜੀ ਕੰਟਰੋਲ ਹੋ ਸਕੇ ਬਿਮਾਰੀ। ਤੇ ਬਹੁਤ ਸਾਰੇ ਇੱਥੇ ਇੰਡੀਆ ਦੇ ਵਿੱਚ ਵੀ ਡਾਕਟਰ ਇਹ ਕਹਿ ਰਹੇ ਨੇ ਕਿ ਲੋਕਡਾਊਨ ਹੈ ਜਿਹੜਾ ਉਹ ਲੱਗਣਾ ਚਾਹੀਦਾ ਹੈ ਕਿਉਂਕਿ ਲੋਕ ਸਮਝ ਨਹੀਂ ਰਹੇ। ਤੁਸੀਂ ਕੀ ਸਮਝਦੇ ਹੋ ਵੀ ਲੋਕਡਾਊਨ ਦੇ ਨਾਲ ਕੋਈ ਫਰਕ ਪੈ ਸਕਦਾ ਆ? ਦੇਖੋ, ਮੈਂ ਕੋਈ ਇੰਨੀ ਵੱਡੀ ਹਸਤੀ ਨਹੀਂ ਜਿਨ੍ਹਾਂ ਦੇ ਨਾਮ ਤੁਸੀਂ ਲੈ ਰਹੇ ਹੋ। ਬਹੁਤ ਵੱਡੀਆਂ ਹਸਤੀਆਂ ਨੇ, ਮੈਂ ਤੇ ਕਣ ਦੇ ਬਰਾਬਰ ਵੀ ਉਹਨਾਂ ਸਾਹਮਣੇ ਨਹੀਂ। ਪਰ ਜਿੰਨੀ ਕੁ ਮੇਰੀ ਅਕਲ, ਮੇਰੀ ਸੋਚ ਇਸ ਵੇਲੇ ਕੰਮ ਕਰ ਰਹੀ ਹੈ ਕਿ ਅਸੀਂ ਢੀਠ ਹੋ ਚੁੱਕੇ ਹਾਂ। ਬਹੁਤ ਵੱਡੀ ਸਾਡੇ 'ਚ ਗਿਣਤੀ ਜਿਹੜੀ ਕਿਸੇ ਹੀ ਤਰੀਕੇ ਨਹੀਂ ਸਮਝ ਰਹੀ। ਕੋਈ ਕਹਿ ਰਹੇ ਨੇ ਕਰੋਨਾ ਬਕਵਾਸ ਹੈ, ਉਹਨਾਂ ਨੂੰ ਕਿਵੇਂ ਦੱਸੀਏ ਕਿ ਅਸੀਂ ਜੋ ਮੌਤਾਂ ਦੇਖ ਰਹੇ ਹਾਂ ਬਕਵਾਸ ਹੈ ਜਾਂ ਨਹੀਂ ਹੈ। ਕੋਈ ਕਹਿ ਰਹੇ ਨੇ ਝੂਠ ਹੈ, ਕੋਈ ਇਹ ਫਲਾਣਾ, ਜੋ ਵੀ ਉਹ ਕਹਿ ਰਹੇ ਨੇ ਤੇ ਉਹ ਜਾਣ ਬੁੱਝ ਕੇ ਮਾਸਕ ਨਹੀਂ ਪਾ ਰਹੇ, ਟੀਕੇ ਨਹੀਂ ਲਵਾ ਰਹੇ, ਖੁੱਲੇ ਆਮ ਘੁੰਮ ਰਹੇ ਨੇ। ਫਿਰ ਦੂਜੇ ਪਾਸੇ ਉਹ ਵੀ ਨੇ ਜਿਹੜੇ ਕਹਿ ਰਹੇ ਨੇ ਸਾਨੂੰ ਹੈ ਕਰੋਨਾ, ਸਾਡੇ ਡਾਇਗਨੋਜ਼ ਹੋ ਗਿਆ ਪਰ ਅਸੀਂ ਬਾਹਰ ਬਿਨਾਂ ਮਾਸਕ ਦੇ ਇਸ ਕਰਕੇ ਫਿਰ ਰਹੇ ਹਾਂ ਕਿ ਹੋਰਨਾਂ ਨੂੰ ਦੇ ਸਕੀਏ। ਯਾਨੀ ਇਸ ਤਰ੍ਹਾਂ ਦੀ ਸੋਚ ਨਾਲ ਜਦੋਂ ਸਾਡੇ ਵਿੱਚ ਲੋਕ ਨਿਕਲ ਆਉਣ ਤਾਂ ਫਿਰ ਇੱਕ ਵੀ ਮਾੜਾ ਟਮਾਟਰ ਰੱਖ ਦਿਓ ਨਾ ਸਾਰੇ ਠੀਕ ਵਿੱਚ ਤੇ ਤੁਸੀਂ ਦੇਖੋਗੇ ਅਗਲੇ ਦਿਨ ਗਲਣ ਸਾਰੇ ਲੱਗ ਜਾਂਦੇ ਨੇ। ਇਸੇ ਲਈ ਮੈਨੂੰ ਜਾਪਦਾ ਇਹੋ ਹੈ ਕਿ ਜੇ ਅਸੀਂ ਢੀਠ ਹੋ ਚੁੱਕੇ ਹਾਂ ਕਿ ਅਸੀਂ ਹਟਦੇ ਹੀ ਨਹੀਂ ਬਾਹਰ ਨਿਕਲਣ ਤੋਂ, ਫਿਰ ਇੱਕੋ ਇੱਕ ਇਲਾਜ ਰਹਿ ਜਾਂਦਾ ਹੈ ਕਿ ਕੱਟੜ ਕਰਫਿਊ ਲੱਗੇ ਤਾਂ ਕਿ ਅਸੀਂ 10 ਦਿਨ ਤੱਕ ਘੱਟੋ ਘੱਟ ਅੰਦਰ ਟਿਕੇ ਰਹੀਏ ਤੇ ਇਹ ਨਾ ਫੈਲੇ। ਜੇ ਆਰ ਪਾਰ ਨਾ ਜਾਵੇ ਤਾਂ ਅਸੀਂ ਓਨੇ ਨਾਲ ਹੀ ਬਹੁਤ ਅਣਗਿਣਤ ਜਿਹੜੀਆਂ ਕੀਮਤੀ ਜ਼ਿੰਦਗੀਆਂ ਬਚਾ ਸਕਾਂਗੇ। ਜੀ ਬਿਲਕੁਲ ਡਾਕਟਰ ਸਾਹਿਬ। ਸੋ ਲੋਕ ਵੀ ਇਹੀ ਕਹਿੰਦੇ ਨੇ ਕਿ ਕਰਫਿਊ ਤੋਂ ਸਾਨੂੰ ਕੋਈ ਸਮੱਸਿਆ ਨਹੀਂ ਹੈ ਪਰ ਸਰਕਾਰ ਸਾਨੂੰ ਸਾਂਭੇ ਤਾਂ ਸਹੀ। ਰੁਜ਼ਗਾਰ ਜਿਨ੍ਹਾਂ ਦੇ ਰੁਜ਼ਗਾਰ ਖੁੱਸ ਜਾਂਦੇ ਨੇ ਇਸ ਕਰਕੇ। ਸੋ ਸਰਕਾਰਾਂ ਨੂੰ ਵੀ ਆਪਦੀ ਜ਼ਿੰਮੇਵਾਰੀ ਹੈ ਜਿਹੜੀ ਉਹਦੀ ਪੂਰੀ ਤਿਆਰੀ ਰੱਖਣੀ ਚਾਹੀਦੀ ਹੈ। ਜਿਵੇਂ ਵਿਦੇਸ਼ੀ ਮੁਲਕਾਂ ਦੇ ਵਿੱਚ ਹੁੰਦਾ ਕਿ ਜੇ ਤੁਸੀਂ ਬੰਦ ਕਰ ਰਹੇ ਹੋ ਸਾਰਾ ਕੁਛ ਤਾਂ ਤੁਸੀਂ ਹਰ ਵਰਗ ਦੇ ਲੋਕਾਂ ਦੇ ਖਾਤਿਆਂ ਦੇ ਵਿੱਚ ਉਹਨਾਂ ਦੀ ਰੋਜ਼ੀ ਰੋਟੀ, ਉਹਨਾਂ ਦੀ ਰੋਟੀ ਖਾਣ ਜੋਗਾ ਤਾਂ ਜ਼ਰੂਰ ਪਾਓਗੇ। ਸੋ ਆਸ ਕਰਦੇ ਹਾਂ ਕਿ ਸਿਸਟਮ ਸਾਰਾ ਠੀਕ ਹੋਵੇ ਜਿਹੜਾ ਸਾਡੇ ਸਿਆਸਤਦਾਨਾਂ ਨੇ ਪੂਰੀ ਤਰ੍ਹਾਂ ਦੇ ਨਾਲ ਖੋਰ ਕੇ ਰੱਖ ਦਿੱਤਾ ਹੈ, ਉਹਨੂੰ ਜੰਗਾਲ ਲਾ ਦਿੱਤਾ ਹੈ। ਸੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ। ਹਾਂਜੀ, ਜਾਂਦੇ ਜਾਂਦੇ ਆਖਰੀ ਗੱਲ, ਜੇ ਆਪਾਂ ਸਾਨੂੰ ਸਭ ਨੂੰ ਸਮਝ ਆ ਹੀ ਚੁੱਕੀ ਹੈ ਕਿ ਗਲਤੀ ਕਿਹੜੀ ਥਾਂ ਤੇ ਸੀ, ਪਰ ਕੀ ਹਰਸ਼ਰਨ ਦੱਸੋ ਇਹੋ ਜਿਹਾ ਤੋਂ ਬਾਅਦ ਵੀ ਕਦੇ ਅਸੀਂ ਜਾਗਾਂਗੇ ਕਿ ਅਸੀਂ 1 ਕਿੱਲੋ ਚੌਲ ਲਈ, 1 ਕਿੱਲੋ ਦਾਲ ਲਈ ਜਾਂ ਮੁਫ਼ਤ ਬਿਜਲੀ ਪਾਣੀ ਲਈ ਜਾਂ 1 ਬੋਤਲ ਸ਼ਰਾਬ ਲਈ ਨਹੀਂ ਵਿਕਾਂਗੇ? ਬਿਲਕੁਲ, ਇਹੀ ਤਾਂ ਸਮੱਸਿਆ ਤਾਂ ਸਾਡੇ ਵਿੱਚ ਹੀ ਹੈ। ਬਿਲਕੁਲ ਸਮੱਸਿਆ ਸਾਡੇ ਵਿੱਚ ਹੈ। ਜਦੋਂ ਉਹਨਾਂ ਤੇ ਉਂਗਲ ਚੱਕਦੇ ਆ ਤਾਂ 4 ਸਾਡੇ ਵੱਲ ਨੇ, ਇਹਨਾਂ ਨੂੰ ਚੁਣਨ ਵਾਲੇ ਕੌਣ ਸਨ? ਜੇ ਅਜੇ ਵੀ ਨਹੀਂ ਸਮਝੇ ਤਾਂ ਫਿਰ ਇਹ ਸਾਨੂੰ ਇਹੋ ਕੁਝ ਹੀ ਮਿਲਣਾ ਸੀ। ਕਦੇ ਤਾਂ ਪੜ੍ਹੇ ਲਿਖੇ ਸਿਆਣੇ ਲੋਕਾਂ ਲਈ ਅਸੀਂ ਵੀ ਖੜੇ ਹੋਈਏ ਕਿ ਸਾਨੂੰ ਜਿਨ੍ਹਾਂ ਦੀ ਸੋਝੀ ਹੋਵੇ, ਜਿਨ੍ਹਾਂ ਦੀ ਵਿਜ਼ਨ ਹੋਵੇ, ਜਿਨ੍ਹਾਂ ਨੂੰ ਪਤਾ ਹੁੰਦਾ ਕਿ ਅਸੀਂ ਮੂਰਤੀਆਂ ਨਹੀਂ 2-2 ਹਜ਼ਾਰ ਕਰੋੜ ਦੀਆਂ ਬਣਾਉਣੀਆਂ, ਅਸੀਂ ਇੰਟਰਨੈਸ਼ਨਲ ਲੈਵਲ ਦੇ ਮੁਫਤ ਹੌਸਪੀਟਲਸ ਬਣਾਉਣੇ ਨੇ ਜਿੱਥੇ ਮਿਲੇ ਦਵਾਈਆਂ। ਅਸੀਂ
ਉਸ ਪੱਧਰ ਦੀਆਂ ਐਂਬੂਲੈਂਸਿਸ ਬਣਾਉਣੀਆਂ ਨੇ ਜਿੱਥੇ ਜ਼ਿੰਦਗੀਆਂ ਬਚਾਈਆਂ ਜਾ ਸਕਣ। ਅਸੀਂ ਬਾਹਰਲੇ ਮੁਲਕਾਂ ਵਾਂਗ ਹੈਲੀਕਾਪਟਰਸ ਰੱਖਣੇ ਨੇ। ਯਾਨੀ ਜਦੋਂ ਇਹੋ ਜਿਹੀ ਸੋਚ, ਇਹੋ ਜਿਹੀ ਵਿਜ਼ਨ ਵਾਲੇ ਜਦੋਂ ਅਸੀਂ ਲੋਕ ਚੁਣਾਂਗੇ ਤਾਂ ਹੀ ਅਸੀਂ ਕਹਿ ਸਕਾਂਗੇ ਕਿ ਅਸੀਂ ਆਪਣਾ ਸਹੀ ਰੋਲ ਨਿਭਾਇਆ। ਵਰਨਾ ਜੋ ਸਾਨੂੰ ਮਿਲ ਰਿਹਾ ਹੈ ਉਹ ਸਾਡਾ ਹੀ ਕੀਤਾ ਕਰਾਇਆ ਇਹੋ ਸਾਹਮਣੇ ਆਉਣਾ। ਬਿਲਕੁਲ ਬਿਲਕੁਲ, ਇਹ ਸਾਡੀ ਦੇਖੋ ਇਸ ਤੋਂ ਦੁਖਦਾਈ ਕੀ ਹੋ ਸਕਦਾ ਹੈ ਕਿ ਇੱਕ ਸੂਬੇ ਦੇ ਵਿੱਚ ਤੁਸੀਂ ਜਿਹੜਾ ਹੈਗਾ ਸਿੱਖਿਆ ਮੰਤਰੀ ਜਾਂ ਸਿਹਤ ਮੰਤਰੀ ਉਹਨਾਂ ਨੂੰ ਲਾ ਰਹੇ ਹੋ ਜਿਹੜੇ ਪੜ੍ਹੇ ਲਿਖੇ ਹੀ ਨਹੀਂ ਹੈਗੇ। ਸੋ ਇਹ ਸਾਰੀਆਂ ਨੀਤੀਆਂ ਬਦਲਣੀਆਂ ਚਾਹੀਦੀਆਂ ਨੇ। ਸੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਗੱਲ ਕਰਨ ਦੇ ਲਈ ਤੇ ਬਹੁਤ ਜਿਹੜੀਆਂ ਜ਼ਰੂਰੀ ਗੱਲਾਂ ਸਾਡੇ ਦਰਸ਼ਕਾਂ ਨੂੰ ਦੱਸਣ ਦੇ ਲਈ। ਤੇ ਤੁਸੀਂ ਆਪਣਾ ਧਿਆਨ ਜ਼ਰੂਰ ਰੱਖੋ। ਬਹੁਤ ਸ਼ੁਕਰੀਆ, ਥੈਂਕ ਯੂ। ਸਤਿ ਸ਼੍ਰੀ ਅਕਾਲ। ਫਿਰ ਜਾਂਦੇ ਜਾਂਦੇ ਇਹੋ ਕਹੂੰਗੀ, ਖੁਸ਼ ਰਹੋ, ਆਬਾਦ ਰਹੋ, ਸਿਹਤਮੰਦ ਰਹੋ। ਜੀ ਬਿਲਕੁਲ, ਧੰਨਵਾਦ ਡਾਕਟਰ ਸਾਹਿਬ।